ਕਿ ਜੋ ਉਹਨਾਂ ਦੀ ਲੁੱਟ ਹੋ ਰਹੀ ਸੀ ਹੁਣ ਪੂਰੇ ਪੰਜਾਬ ਦੇ ਵਿੱਚ ਮੰਗ ਉੱਠਣ ਲੱਗ ਗਈ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਮੋਦੀਖਾਨੇ ਖੋਲ੍ਹੇ ਜਾਣ। ਕਿਤੇ ਕਿਤੇ ਲੋਕਾਂ ਦੀ ਉਮੀਦ ਜਾਗੀ ਹੈ। ਕੀ ਲੱਗਦਾ ਤੁਹਾਨੂੰ ਇਹ ਹੋਣਾ ਚਾਹੀਦਾ? क्योंकि एक बिजनेस का पार्ट है, हर बंदा लंगर नहीं लगा सकता, ये भी गल ਨੂੰ ਆਪਾਂ देखना पड़ेगा। ठीक है, जे उन्होंने जिंदू साहब ने लंगर लाने की गल की है, वेरी गुड, लेकिन हर एक बंदा लंगर तो नहीं लाएगा, पर वो जी हैगी है वो हर गल ਨੂੰ पूर्ण भी नहीं लाएगा। ਆਪਾਂ ਗੱਲ ਕਰ ਰਹੇ ਸੀ ਵੀ 2500 ਵਾਲੀ ਦਵਾਈ 400 ਨੂੰ ਦੱਸਿਓ ਨਾ 409 ਰੁਪਏ ਨੂੰ, ਜਿਹੜੇ ਵਿੱਚ ਵਾਲਾ ਗੈਪ ਦੀ ਗੱਲ ਕਰ ਰਹੇ ਸੀ ਪੈਸੇ ਦੀ 2000 ਸਮਥਿੰਗ ਦੀ, ਤੇ ਉਹ ਪੈਸਾ ਕਿੱਥੇ ਜਾਂਦਾ ਹੈ? ਕਿਉਂਕਿ ਆਮ ਤੌਰ ਤੇ ਡਾਕਟਰਾਂ ਤੇ ਵੀ ਜਿਹੜੇ ਹੈਗੇ ਆ, ਚਾਹੇ ਸਰਕਾਰੀ ਹਸਪੀਟਲ ਦੇ ਹੋਣ ਪ੍ਰਾਈਵੇਟ ਦੇ ਹੋਣ, ਉਹਨਾਂ ਤੇ ਵੀ ਆਰੋਪ ਲੱਗਦੇ ਕਿ ਕਮਿਸ਼ਨ ਕੀਤਾ ਹੁੰਦਾ ਨਾ ਦਵਾਈਆਂ ਦੇ ਵਿੱਚ, ਤੇ ਉਹੀ ਕੰਪਨੀ ਦੀ ਲਿਖਦੇ ਆ ਜਿਹੜੀ ਇਹਨਾਂ ਨੂੰ ਕਮਿਸ਼ਨ ਵੱਧ ਦਿੰਦੀ ਆ। ਕਿਤੇ ਨਾ ਕਿਤੇ ਕੀ ਲੱਗਦਾ ਕਿ ਇਹ ਵੀ ਡਾਕਟਰਾਂ ਦਾ ਵੀ ਵਿੱਚ ਰੋਲ ਆ ਰਿਹਾ ਹੈ? लेकिन ये ना कि जी आप 2500 का जोड़ा उत्ते स्टैंप ला के तो आप कैमिस्ट वाले ने इन्हें लिया, ठीक है, डॉक्टर ने ले लिया या दूजे तीजे बंदे ने ले लिया, जो भी है सरकार ने ले लिया, अफसर ने ले लिया, किमें भी ले लिया, वो वास्ते फिर गलत जिम्मेवारी सरकार तो बनी जी। उसके उत्ते रेट ही सही ढंग के नाल जिहड़ी हैगी है भी इस जी साल्ट हैगा इसनूं बनाउण फिर इसनूं पैकिंग करने इसकी क्वालिटी मेनटेन करने इसनूं ट्रांसपोर्ट करने इनू एंड तक पहुँचाने किन्ने पैसे खर्च होंदे हैं, वो बना के वो कोई रेट आप फिक्स किया होंदा तो आपां नूं मेरे ख्याल सौखा हो जाता। जिवें हुण आपां तुसीं शुरू च गल कीती सी MSP की गल कीती सी किसान वास्ते, है ना। ਸਤਿ ਸ਼੍ਰੀ ਅਕਾਲ, ਮੈਂ ਹਾਂ ਸੱਜਣ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਦਾ NRI TV। ਜਿਵੇਂ ਕਿ ਦੇਸ਼ ਦੇ ਵਿੱਚ ਲਗਾਤਾਰ ਆਬਾਦੀ ਵੱਧ ਰਹੀ ਹੈ, ਉਵੇਂ ਹੀ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟਖੋਰੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਦੇ ਕਾਰਨ ਅੱਜ ਮਨੁੱਖ ਨੂੰ ਲਗਾਤਾਰ ਬਿਮਾਰੀਆਂ ਲੱਗ ਰਹੀਆਂ ਨੇ, ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ। ਤੇ ਉਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਇੱਕੋ ਇੱਕ ਜ਼ਰੀਆ ਜਿਹੜਾ ਦਵਾਈਆਂ। ਅੱਜ ਦਵਾਈਆਂ ਦੀ ਜੋ ਲੁੱਟ ਹੋ ਰਹੀ ਹੈ ਮਰੀਜ਼ਾਂ ਦੀ, ਉਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਖੋਲ੍ਹੇ ਮੋਦੀਖਾਨਾ ਨੂੰ ਲੈ ਕੇ ਅੱਜ ਬਲਜਿੰਦਰ ਸਿੰਘ ਜਿੰਦੂ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਦਵਾਈਆਂ ਦੀ ਲੁੱਟ ਨੂੰ ਲੈ ਕੇ, ਉਸਨੇ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਚਰਚਾ ਛੇੜ ਦਿੱਤੀ ਹੈ। ਲੋਕ ਜਿਹੜੇ ਹੈਗੇ ਆ ਮੰਗ ਕਰਨ ਲੱਗੇ ਆ ਕਿ ਹਰ ਜ਼ਿਲ੍ਹੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਮੋਦੀਖਾਨੇ ਖੋਲ੍ਹੇ ਜਾਣੇ ਚਾਹੀਦੇ ਆ, ਤਾਂ ਕਿ ਜੋ ਲੋਕਾਂ ਦੀ ਦਵਾਈਆਂ ਦੇ ਨਾਂ 'ਤੇ ਲੁੱਟ ਹੋ ਰਹੀ ਹੈ ਉਸ ਤੋਂ ਬਚਿਆ ਜਾ ਸਕੇ। ਤੇ ਇਸ ਨੂੰ ਲੈ ਕੇ ਅੱਜ ਗੱਲ ਕਰਨ ਲੱਗੇ ਹਾਂ ਅਸੀਂ ਸਿਵਲ ਸਰਜਨ, ਜੋ ਸਾਬਕਾ ਸਿਵਲ ਸਰਜਨ ਸਾਡੇ ਨਾਲ ਡਾਕਟਰ ਦਲੇਰ ਸਿੰਘ ਮੁਲਤਾਨੀ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਕਿੱਥੋਂ ਜਿਹੜਾ ਹੈਗਾ ਸਾਰਾ ਚੱਲ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲ ਸਕਦੀਆਂ, ਜੋ ਖੁਲਾਸੇ ਕੀਤੇ ਗਏ ਨੇ ਕਿੰਨਾ ਕੁ ਦੇ ਵਿੱਚ ਜਿਹੜੀ ਹੈਗੀ ਆ ਤੱਥ ਸਹੀ ਆ ਗਲਤ ਆ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਦਾ NRI ਚੈਨਲ ਦੇ ਵਿੱਚ। ਜੋ ਲੁਧਿਆਣਾ ਦੇ ਵਿੱਚ ਮੋਦੀਖਾਨਾ ਖੁੱਲ੍ਹਿਆ ਗਿਆ ਹੈ, ਜੋ ਚਲਾ ਰਹੇ ਨੇ ਸਰਦਾਰ ਜੀ ਉਹਨਾਂ ਨੂੰ ਬਲਜਿੰਦਰ ਸਿੰਘ ਜਿੰਦੂ ਜੀ, ਉਹਨਾਂ ਨੇ ਖੁਲਾਸੇ ਕੀਤੇ ਹੈ ਕਿ ਜੋ ਦਵਾਈ 400 ਰੁਪਏ ਦੇ ਵਿੱਚ ਮਿਲਦੀ ਹੈ ਉਹ 2500 ਰੁਪਏ 'ਚ ਮੈਡੀਕਲ ਸਟੋਰਾਂ 'ਤੇ ਵੇਚੀ ਜਾਂਦੀ ਹੈ। ਉਸ ਨੂੰ ਲੈ ਕੇ ਅੱਜ ਪੂਰੀ ਚਰਚਾ, ਤੇ ਉਹਨਾਂ ਦੇ ਦੁਸ਼ਮਣ ਵੀ ਬਹੁਤ ਬਣ ਚੁੱਕੇ ਨੇ, ਕਾਫੀ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ, ਥ੍ਰੈਟ ਵੀ ਮਿਲ ਰਹੇ ਨੇ। ਕੀ ਮੰਨਦੇ ਹੋ ਕਿ ਇੰਨੀ ਜ਼ਿਆਦਾ ਲੁੱਟ ਹੋ ਰਹੀ ਹੈ ਮੈਡੀਕਲ ਲਾਈਨ ਦੇ ਵਿੱਚ ਦਵਾਈਆਂ ਨੂੰ ਲੈ ਕੇ? ਤੁਸੀਂ ਇਸ ਲਾਈਨ ਦੇ ਵਿੱਚ ਰਹੇ ਹੋ, ਕੀ ਮੰਨਦੇ ਹੋ? देखो इस तरह है कि इस गल तो असीं नहीं मुकर सकते कि मैडिकल दी जिन्नियां भी मैडिसिन की गल होवे या सारा मैडिकल सिस्टम जिहड़ा अपना इहदे च ना ओला बहुत है, साफ नहीं है कुछ भी, क्योंकि मरीज़ जिहड़ा हैगा ओहदी अपनी सोच ते जिहड़े अगे जिन्हां ने बेनीफिट्स देना है, जिवें आपां कैमिस्ट शॉप की हुण गल कीती है, सरकार की गल कीती है, डॉक्टर्स की भी पिछे आउंदी है, ये सारा ताना बाना ना उलझा होया ताना बाना विच। तुसीं पिछे जे देखिया हुणे अजे तक ये क्लीनिकल एस्टैबलिशमेंट एक्ट की जदों गल हुई, उसका बेस भी यही सी कि लोकां नूं जिहड़ी इलाज वास्ते कंट्रोल नहीं है पैसे का, सो पैसे मन्निया जा रहा है कि ज़्यादा ले जा रहे हैं, भावें उहदे च बहुत सारियां होर गल्लां भी है, कल्ला पैसा इशू नहीं है, लेकिन उस नूं लैके मेन जिहड़ा हैगा लोगों का कंसर्न इस तरह ही मैडिसिन के बारे भी यही है गल जी है। ये गल जी मोदीखाना का गुरु नानक मोदीखाने की जी हूँ गल शुरू हुई है, जिन्होंने आप लुधियाने की गल कर रहे हैं, ये जी मिस्टर बलजिंदर सिंह जिंदू की आप गल की है, इसकी वड्डा पॉइंट यह है कि एक फ्लैश पॉइंट बन गया, जिवें कहते हैं ना यू एंजॉय द सफरिंग ओनली वंस यू आर सफर टू द मैक्सीमम। हुण लोगों की भी लिमिट पहुँच चुकी है भी कित्थे तक साडे नाल ठगी वजदी है, कित्थे तक ईमानदारी हुंदी है,
ਕੌਣ ਬੰਦਾ ਇਮਾਨਦਾਰ ਹੈ ਤੇ ਕੌਣ ਠੱਗ ਹੈ, ਇਹ ਸਾਰੀਆਂ ਲਿਮਿਟਸ ਪਹੁੰਚ ਚੁੱਕੀਆਂ ਹੋਈਆਂ ਨੇ ਹੁਣ ਦੀ ਘੜੀ। ਇਸ ਕਰਕੇ ਮੈਂ ਇਹ ਗੱਲ ਕਹਾਂਗਾ ਕਿ ਇਹ ਜਿਹੜੀ ਤੁਹਾਡਾ ਲੁਧਿਆਣੇ ਵਾਲੀ ਗੱਲ ਮੋਦੀਖਾਨੇ ਦੀ ਹੋਈ ਹੈ, ਇਹ ਇਨਫੋਰਮੇਸ਼ਨ ਥੋੜੀ ਇਨਕੰਪਲੀਟ ਹੈਗੀ ਹੈ, ਪਰ ਚੰਗਾ ਪੁਆਇੰਟ ਹੈ ਕਿਉਂਕਿ ਇੱਕ ਡਿਸਕਸ਼ਨ ਦਾ ਪੁਆਇੰਟ ਤਾਂ ਸਟਾਰਟ ਹੋ ਗਿਆ ਨਾ। ਇੱਕ ਹੁਣ ਆਪਾਂ ਨੂੰ ਇਹਦੇ ਚੋਂ ਲੱਭਣਾ ਪਏਗਾ ਕਿ ਕੌਣ ਗਲਤ ਹੈ, ਕਿਉਂਕਿ 100% ਤਾਂ ਮੇਰੀ ਸਹਿਮਤੀ ਨਹੀਂ ਹੈ ਜੋ ਉੱਥੇ ਗੁਰੂ ਨਾਨਕ ਸਟੋਰ ਵਾਲਿਆਂ ਨੇ ਕੀਤੀ ਹੈ, ਗੱਲ ਕੀਤੀ ਹੈ। ਇੱਕ ਤਾਂ ਉਹ ਹੈਗਾ ਕਿ ਉਹ ਆਪ ਬੰਦਾ ਪ੍ਰੋਫੈਸ਼ਨਲ ਨਹੀਂ ਹੈ ਫਾਰਮੇਸੀ ਨਾਲ, ਉਹ ਤਾਂ ਪੰਜਾਬੀ 'ਚ ਕਹਾਂਗੇ ਵੀ ਆਪਾਂ ਗੱਲੇ ਤੇ ਬੈਠ ਕੇ ਤੇ ਪੈਸੇ ਇਕੱਠੇ ਕਰਨ ਵਾਲਿਆਂ 'ਚੋਂ ਹੈ, ਪਰ ਕਿਉਂਕਿ ਐਕਸਪਲੇਨ ਉਹ ਕਰ ਰਿਹਾ ਇਸ ਕਰਕੇ ਉਹ ਇਨਕੰਪਲੀਟ ਜੀ ਗੱਲ ਇਨਫੋਰਮੇਸ਼ਨ ਆਏਗੀ। ਪਲੱਸ ਇਹ ਹੈਗਾ ਕਿ ਇਹ ਜਿਹੜਾ ਦਵਾਈਆਂ ਦੇ ਵਿੱਚ ਇੰਨਾ ਵੱਡਾ ਓਲਾ ਜਿਹੜਾ ਚੱਲਿਆ ਵੀ ਆ ਰਿਹਾ ਸੀਗਾ, ਇਹਦੇ 'ਚ ਜ਼ਿੰਮੇਵਾਰ ਕੌਣ ਹੈ? ਔਰ ਮੈਂ ਪਹਿਲੇ ਪੁਆਇੰਟ ਤੇ ਇਹ ਗੱਲ ਕਹਾਂਗਾ, ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਬੈਠੀ ਹੈ। ਇੱਕ ਐਡਾ ਵੱਡਾ ਡਿਪਾਰਟਮੈਂਟ ਜਿਹੜਾ ਡਰੱਗ ਕੰਟਰੋਲਰ, ਜਿਹੜਾ ਸਟੇਟ ਦਾ ਇੱਕ ਕੈਡਰ, ਫਿਰ ਜਿਹੜਾ ਹੈਗਾ ਸੈਂਟਰ ਦਾ ਕੈਡਰ ਜਿਹੜਾ ਹੈਗਾ ਉਹ ਫਿਰ ਕਰਦਾ ਕੀ ਹੈ ਕਿ ਅੱਜ ਮੋਦੀਖਾਨੇ ਵਾਲਿਆਂ ਨੇ ਇਹ ਗੱਲ ਕਹੀ ਕਿ 2500 ਵਾਲੀ ਮੈਡੀਸਿਨ ਜਿਹੜੀ ਅਸੀਂ 400 'ਚ ਵੀ ਦੇ ਸਕਦੇ ਹਾਂ, 450 'ਚ ਵੀ ਦੇ ਸਕਦੇ ਹਾਂ। ਇਹਦਾ ਮਤਲਬ ਹੈਗਾ ਕਿ ਉਹਦੇ ਪਿੱਛੇ ਕੋਈ ਰਾਜ ਛਿਪਿਆ ਹੋਇਆ ਸੀਗਾ ਕੋਈ ਨਾ ਕੋਈ। ਤਾਂ ਉਹ ਹੁਣ ਜੇ ਉਸ ਨੂੰ ਐਕਸਪਲੋਰ ਕੀਤਾ ਜਾ ਸਕਦਾ ਤੇ ਜੇ ਸਰਕਾਰ ਇਮਾਨਦਾਰ ਹੋਵੇ ਤਾਂ ਕਰ ਸਕਦੀ ਹੈ, ਨਹੀਂ ਤਾਂ ਫਿਰ ਉਹ ਜਿਵੇਂ ਦੀਆਂ ਇਨਕੁਆਰੀਆਂ ਪਹਿਲਾਂ ਹੁੰਦੀਆਂ ਨੇ ਉਹ ਉਸੇ ਤਰ੍ਹਾਂ ਦੀਆਂ ਇਨਕੁਆਰੀਆਂ ਚੱਲਦੀਆਂ ਰਹਿਣਗੀਆਂ ਵਿੱਚ ਜਿਹੜੀਆਂ ਹੈਗੀਆਂ ਲੋਕਾਂ ਦੀ ਜੋ ਆਪਾਂ ਕਹੀਏ ਸ਼ੋਸ਼ਣ ਉਹ ਹੁੰਦਾ ਰਹੇਗਾ ਵਿੱਚ। ਠੀਕ ਹੈ, ਸੱਚਾ ਹੋ ਰਿਹਾ ਝੂਠਾ ਹੋ ਰਿਹਾ ਐਕਸਪਲੇਨ ਤਾਂ ਕਰਨਾ ਹੀ ਪਏਗਾ ਹੁਣ, ਬਲਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣ ਗਈ ਕਿ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਇਸ ਨੂੰ ਐਕਸਪਲੇਨ ਕਰੇ ਕਿ ਸਰਕਾਰ ਨੇ ਦੇ ਅੱਖਾਂ ਦੇ ਸਾਹਮਣੇ ਜਾਂ ਸਰਕਾਰੀ ਡਿਪਾਰਟਮੈਂਟ ਦੇ ਥੱਲੇ ਇਹ ਐਡੀ ਵੱਡੀ ਲੁੱਟ ਹੋ ਕਿਉਂ ਰਹੀ ਹੈ, ਕੌਣ ਜ਼ਿੰਮੇਵਾਰ ਹੈ ਇਸ ਗੱਲ ਵਾਸਤੇ। ਤਾਂ ਸਰ ਸਰਕਾਰ ਦੀ ਗੱਲ ਕੀਤੀ ਆ, ਇੱਕ ਕਿਸਾਨ ਦੀ ਗੱਲ ਕਰੀਏ ਆਪਾਂ। ਕਿਸਾਨ ਦੀ ਫਸਲ ਦੀ ਜਿਹੜੀ ਹੈਗੀ ਕੀਮਤ ਤੈਅ ਕੀਤੀ ਹੈ ਸਰਕਾਰ ਨੇ 1700 ਰੁਪਏ 1800 ਰੁਪਏ ਕਣਕ ਦਾ, ਮਤਲਬ ਤੇਲ ਦੀ ਗੱਲ ਲਾ ਲਈਏ, ਡੀਜ਼ਲ ਦੀ, ਪੈਟਰੋਲ ਦੀ ਹੋ ਗਈ, ਠੀਕ ਹੈ ਜੀ, ਚੀਨੀ ਦੀ ਰੇਟ ਤੈਅ ਕੀਤੇ ਹੋਏ ਕਿ ਇਸ ਤੋਂ ਵੱਧ ਨਹੀਂ ਵੇਚਿਆ ਜਾ ਸਕਦਾ। ਤੇ ਦਵਾਈਆਂ ਤਾਂ ਇਨਸਾਨ ਦੀ ਜਿਹੜੀ ਜ਼ਿੰਦਗੀ ਵਾਸਤੇ ਕਿੰਨੀਆਂ ਜ਼ਰੂਰੀ ਆ ਉਸ ਤੇ ਕੋਈ ਵੀ ਸਰਕਾਰ ਨੇ ਕੰਟਰੋਲ ਨਹੀਂ ਕੀਤਾ ਹੋਇਆ। ਕੋਈ ਵੀ ਜਿੰਨੀ ਮਰਜ਼ੀ ਲੁੱਟੀ ਜਾਵੇ, ਜਿੰਨਾ ਮਰਜ਼ੀ ਰੇਟ ਪ੍ਰਿੰਟ ਕੀਤਾ ਜਾਵੇ, ਸਰਕਾਰ ਕਿਉਂ ਨਹੀਂ ਉਹਦੇ ਤੇ ਕੰਟਰੋਲ ਕਰ ਰਹੀ? ਚਲੋ ਇਸ ਤਰ੍ਹਾਂ ਹੈਗਾ ਵੀ ਉਹਨੂੰ ਆਪਾਂ ਕਿਸਾਨੀ ਦੇ ਨਾਲ ਤਾਂ ਅਜੇ ਤੱਕ ਸ਼ਾਇਦ ਕੰਪੇਅਰ ਨਹੀਂ ਕਰ ਸਕਦੇ, ਪਰ ਇੱਕ ਗੱਲ ਨੂੰ ਆਪਾਂ ਨੂੰ ਮੰਨਣਾ ਪਏਗਾ ਕਿ ਸਰਕਾਰ ਨੇ ਕੀ ਕੀਤਾ ਹੋਇਆ ਹੈ ਕਿ 400-500 ਮੈਡੀਸਿਨ ਜਿਹਨਾਂ ਨੂੰ ਐਸੈਂਸ਼ੀਅਲ ਮੈਡੀਸਿਨਸ ਕਹਿੰਦੇ ਆ ਉਸ ਨੂੰ ਛੱਡ ਕੇ ਬਾਕੀ ਸਾਰੀ ਓਪਨ ਮਾਰਕੀਟ ਹੈ, ਜਿੰਨਾ ਮਰਜ਼ੀ ਤੁਸੀਂ ਰੇਟ ਰੱਖ ਲਓ। ਆਹੀ ਤਾਂ ਮਰਜ਼ੀ ਇਹ ਹੈ, ਠੱਪਾ ਲਾਇਆ ਤੇ ਚੱਲ ਗਈ। ਫਿਰ ਉਹਦੇ ਕੁਆਲਿਟੀ ਦਾ ਕੋਈ ਕੰਟਰੋਲ ਨਹੀਂ ਹੈਗਾ ਕਿਸੇ ਸਿਸਟਮ ਦਾ, ਜੋ ਦਿਲ ਕਰਦਾ ਉਹ ਆਪਣਾ ਬਣਾਈ ਜਾ ਰਿਹਾ ਹੈ, ਉੱਥੋਂ ਪਰਮਿਸ਼ਨ ਲੈ ਲੈਂਦਾ ਵਿੱਚ ਜਿਹੜੀ ਹੈਗੀ ਆ। ਤੁਸੀਂ ਉਸ ਨੂੰ ਛੱਡੋ, ਅੱਜ ਜੋ ਕੁਛ ਹੁਣ 4 ਦਿਨ ਪਹਿਲਾਂ ਹੋਇਆ, ਐਡਾ ਵੱਡਾ ਮਹਾਮਾਰੀ ਫੈਲੀ ਹੋਈ ਹੈ ਔਰ ਉਹ ਜਿਹੜਾ ਦੇਸ਼ ਭਗਤ ਆਪਣੇ ਆਪ ਨੂੰ ਬਾਬਾ ਰਾਮਦੇਵ, ਤੇ ਉਸਨੇ ਜਿੰਨੀ ਵੱਡੀ ਠੱਗੀ ਮਾਰੀ ਉਹਦੀ ਤਾਂ ਕਦੀ ਵੀ ਕਿਸੇ ਨੇ ਨਹੀਂ ਮਾਰੀ। ਬਿਲਕੁਲ। ਫਿਰ ਨਾਲੇ ਉਹ ਲੋਕ ਜਿਹੜੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਆ, ਹਰ ਰੋਜ਼ ਲੋਕਾਂ ਨੂੰ ਪੜ੍ਹਾਉਂਦੇ ਆ ਵੱਡੀਆਂ ਵੱਡੀਆਂ ਸਟੇਜਾਂ 'ਤੇ ਖੜੇ ਹੋ ਕੇ, ਉਸ ਤੋਂ ਵੱਡਾ ਠੱਗ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਨਹੀਂ ਨਿਕਲਿਆ ਫਿਰ ਵਿੱਚ ਜਿਹੜਾ ਹੈਗਾ। ਔਰ ਸਰਕਾਰ ਚੁੱਪ ਬੈਠੀ ਹੈ ਕਿ ਸਰਕਾਰ ਨੇ ਕਿਹਾ ਨਹੀਂ ਜੀ ਇਹਨੇ ਜਿਹੜੀ ਹੈਗਾ ਵਾਇਲੇਸ਼ਨ ਕੀਤੀ ਹੈ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਦੀ। ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਜਿਹੜਾ 1954 ਹੈ ਉਹ ਬਹੁਤ ਹੀ ਸਿੰਪਲ ਹੈਗਾ। ਇੱਥੇ ਤਾਂ ਫਰਾਡ ਹੋਇਆ। ਇਹਨਾਂ ਨੇ ਜੋ ਮੇਰੇ ਕੋਲ ਜਾਂ ਮੀਡੀਆ ਇਨਫੋਰਮੇਸ਼ਨ ਸੀਗੀ ਉਸ ਦੇ ਵਿੱਚ ਇਹ ਸੀ ਕਿ ਇਹਨਾਂ ਨੇ ਇੱਕ ਆਮ ਜਿਹੜਾ ਫਲੂ ਹੈਗਾ ਉਸ ਦੀ ਦਵਾਈ ਜਾਂ ਇਮਿਊਨਿਟੀ ਵਧਾਉਣ ਵਾਸਤੇ ਉਹ ਲੈ ਕੇ ਤੇ ਉਹਦੀ ਜਗ੍ਹਾ ਤੇ ਤੁਸੀਂ ਕਹਿੰਦੇ ਟ੍ਰੀਟਮੈਂਟ ਕਰਦੇ ਹਾਂ ਅਸੀਂ। ਮੈਂ ਕਹਿੰਦਾ ਇਹ ਵੀ ਛੱਡੋ, ਤੁਸੀਂ ਬਾਬੇ ਦੀ ਗੱਲ ਵੀ ਛੱਡੋ, ਤੁਸੀਂ ਅਗਲੀ ਗੱਲ ਫਿਰ ਉਹੀ ਦਵਾਈਆਂ ਵਾਲੀ ਆਉਣ ਲੱਗੀ ਹੈ। ਗਲੈਨਮਾਰਕ ਕੰਪਨੀ ਹੈ, ਉਹਨੇ ਇੱਕ ਤੁਸੀਂ ਦੇਖਿਆ ਫੈਵੀਫਲੂ ਦੇ ਨਾਂ ਦੇ ਇੱਕ 103 ਰੁਪਏ ਦੀ ਗੋਲੀ ਜਿਹੜੀ ਆਪਾਂ ਇੰਡੀਆ ਦੇ ਵਿੱਚ ਆ, ਬਿਲਕੁਲ ਹਾਂਜੀ, ਉਹਦੇ 'ਚ ਲਿਖਿਆ ਹੋਇਆ ਹੈ ਕਿ ਇਹ ਦਵਾਈ ਜਿਹੜੀ ਹੈਗੀ ਹੈ ਉਹ ਮਾਈਲਡ ਤੇ ਮੋਡਰੇਟ ਕੇਸਿਸ, ਕੌਣ ਡਿਫਾਈਨ ਕਰੇਗਾ ਮਾਈਲਡ ਤੇ ਮੋਡਰੇਟ? ਮਰੀਜ਼ ਕਰੋਨਾ ਵਾਲਾ ਮਰਦਾ ਜਦੋਂ ਉਸ ਨੂੰ ਸੀਵੀਅਰ ਫਾਰਮ ਹੋ ਜਾਂਦੀ ਹੈ। ਤੇ ਫਿਰ ਇਹ ਠੱਗੀ ਨਹੀਂ ਹੈ? ਸਰਕਾਰ ਕਿਉਂ ਚੁੱਪ ਬੈਠੀ ਹੈ? ਬਾਬੇ ਦੇ ਅਗੇਂਸਟ ਵੀ 420 ਦਾ ਕੇਸ ਹੋਣਾ ਚਾਹੀਦਾ, ਉਹ ਜਿਹੜੀ ਗਲੈਨਮਾਰਕ ਕੰਪਨੀ ਉਹਦੇ ਅਗੇਂਸਟ ਵੀ ਹੋਣਾ ਚਾਹੀਦਾ। ਤੇ ਇਹੀ ਗੱਲ ਇੱਥੇ ਵੀ ਹੋਣਾ ਚਾਹੀਦਾ ਕਿ 400 ਦੀ ਦਵਾਈ ਜੇ 2500 ਉੱਤੇ ਲਿਖ ਕੇ ਤੇ 400 ਦੀ ਵੇਚਦੇ ਆ, ਇਹਦਾ ਮਤਲਬ ਇਹ ਜਿਹੜਾ ਵਿੱਚ 2000 ਰੁਪਏ ਦਾ ਗੈਪ ਹੈ ਇਹ ਕੌਣ ਖਾਂਦਾ ਹੈ, ਕੌਣ ਜ਼ਿੰਮੇਵਾਰ ਹੈ ਇਹਦਾ? ਇਹਦਾ ਮਤਲਬ ਹੈਗਾ ਵੀ ਜੇ ਕੋਈ ਅਵੇਅਰਡ ਸਿਟੀਜ਼ਨ ਹੈਗਾ ਤਾਂ ਉਹ ਤਾਂ ਸ਼ਾਇਦ ਇਸ ਟੌਪਿਕ ਦੀ ਗੱਲ ਕਰ ਲਈ। ਇਸੇ ਕਰਕੇ ਮੈਂ ਇਹ ਗੱਲ ਕਹਿੰਦਾ ਵੀ ਭਾਵੇਂ ਇਹ ਇਨਕੰਪਲੀਟ ਇਨਫੋਰਮੇਸ਼ਨ ਹੈਗੀ ਹੈ ਪਰ ਇਟ ਇਜ਼ ਗੁੱਡ ਪੁਆਇੰਟ ਕਿ ਉਹਨਾਂ ਨੇ ਕੋਈ ਪੁਆਇੰਟ ਰੇਜ਼ ਕੀਤਾ ਹੈ। ਠੀਕ ਹੈ, ਭਾਵੇਂ ਉਹਨਾਂ ਕੋਲ ਆਪਣੀ ਐਜ਼ 100% ਐਕਸਪਲੇਨੇਸ਼ਨ ਨਹੀਂ ਆਈ। ਇਹ 2000 ਦਾ ਗੈਪ ਹੈ, ਇਹ ਕਿਉਂ ਰੱਖਿਆ ਹੋਇਆ ਹੈ? ਇਹਦਾ ਮਤਲਬ ਸਰਕਾਰ ਰਲੀ ਹੋਈ ਹੈ, ਕੰਪਨੀਆਂ ਨਾਲ ਰਲੀ ਹੋਈ ਹੈ, ਤਾਂ ਹੀ ਤੁਸੀਂ ਜਿੱਥੇ ਮਰਜ਼ੀ ਠੱਪਾ ਲਵਾਓ ਤੇ ਚਲੋ ਅੱਗੇ। ਆਹੀ ਸਟੋਰੀ ਬਣੇਗੀ ਨਾ ਫਿਰ ਵਿੱਚ। ਹੋਰ ਤਾਂ ਤੁਸੀਂ ਰਾਮਦੇਵ ਦੀ ਗੱਲ ਕੀਤੀ, ਇਹੀ ਨੀਟੂ ਸ਼ਟਰ ਵਾਲਾ ਵੀ ਇਹੀ ਰੋਣ ਲੱਗਿਆ ਵਾ, ਕਹਿੰਦਾ ਮੈਂ ਤਾਂ ਦੇਸੀ ਦੁੱਧ ਆ ਕੇ ਬਣਾ ਕੇ ਇੱਕ ਜਿਹੜਾ ਹੈਗਾ ਇੱਕ ਕਾੜਾ ਬਣਾਇਆ ਸੀ, ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਭੇਜਤਾ।
ਤੇ ਬਾਬਾ ਰਾਮਦੇਵ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ, ਖੁਦ ਰੋਣ ਮੈਂ ਲੱਗਿਆ। ਤੁਹਾਡੀ ਇਸੇ ਸਟੇਜ ਤੋਂ ਫੇਰ ਇਹ ਗੱਲ ਕਹਾਂਗਾ, ਨੀਟੂ ਸ਼ਟਰ ਵਾਲਿਆਂ ਦੀ ਵੀ ਸਾਡੀ ਐਨਜੀਓ ਜਿਹੜੀ ਹੈਗੀ ਹੈ, ਜਿਹਦਾ ਮੈਂ ਆਪ ਹੀ ਚੇਅਰਮੈਨ ਹੈਗਾ, ਅਸੀਂ ਸ਼ਿਕਾਇਤ ਕੀਤੀ ਸੀ, ਬਲਕਿ ਮੈਂ ਉਹਦੇ 'ਚ ਪਰਸਨਲ ਇੰਟਰਵੈਂਸ਼ਨ ਵੀ ਕੀਤੀ ਸੀ, ਸਿਵਲ ਸਰਜਨ ਨਾਲ ਵੀ ਗੱਲ ਹੋਈ ਸੀ, ਪਰਚਾ ਦਰਜ ਹੋ ਗਿਆ। ਇੱਕ ਤਾਂ ਇਹ ਹੈਗਾ ਨੀਟੂ ਸ਼ਟਰਾਂ ਵਾਲਾ, ਉਹਦੇ ਬਰਾਬਰ ਤੇ ਬਾਬੇ ਦੇ ਵੀ 420 ਦਾ ਪਰਚਾ ਦਰਜ ਹੋਣਾ ਚਾਹੀਦਾ, ਹੁਣ ਤੱਕ ਅੰਦਰ ਹੋਣਾ ਚਾਹੀਦਾ ਸੀ। ਬਿਲਕੁਲ, ਜੋ ਵੀ ਗਲਤ ਕਰਦਾ ਤੇ ਹੋਣਾ ਚਾਹੀਦੀ ਕਾਰਵਾਈ। ਪਰ ਤੀਸਰੀ ਗੱਲ ਮੈਂ ਨਾਲ ਇੱਕ ਗੱਲ ਕਹਾਂਗਾ ਕਿ ਇਸੇ ਤਰ੍ਹਾਂ ਦਾ ਇੱਕ ਗੁਰਦੁਆਰੇ ਦਾ ਗ੍ਰੰਥੀ ਡਸਕਾ ਪਿੰਡ ਹੈ ਡਿਸਟ੍ਰਿਕਟ ਸੰਗਰੂਰ ਦੇ ਵਿੱਚ, ਮੈਂ ਸਿਵਲ ਸਰਜਨ ਨੂੰ ਪਰਸਨਲ ਰਿਕੁਐਸਟ ਵੀ ਕਰ ਲਈ, ਐਸਐਸਪੀ ਨੂੰ ਵੀ ਲਿਖ ਕੇ ਦੇ ਲਿਆ, ਉਹਦੇ ਅਗੇਂਸਟ ਵੀ ਕੋਈ ਨਹੀਂ ਕਰਦਾ। ਇਹਦਾ ਮਤਲਬ ਹੈਗਾ ਵੀ ਜਿੱਥੇ ਠੱਗੀ, ਜਿਹੜਾ ਕੋਈ ਨੀਟੂ ਸ਼ਟਰਾਂ ਵਾਲਾ ਵਿਚਾਰਾ ਉਹਦੇ ਕੋਲ ਹੈ ਨਹੀਂ ਕੁਝ ਵੀ, ਉਹਨੂੰ ਚੱਕ ਕੇ ਅੰਦਰ ਤੇ ਬਾਕੀ ਸਾਰੇ ਬਾਹਰ। ਇੱਕ ਕੰਧੋਲੇ ਦਾ ਮਸਲਾ ਵੀ ਚੱਕਿਆ ਸੀ ਤੁਸੀਂ। ਹਾਂ, ਉਹ ਤੇ ਉਹਦੇ 'ਚ ਵੀ ਉਹ ਬਾਬਾ ਜਿਹੜਾ ਹੈਗਾ, ਤੁਸੀਂ ਦੇਖੋ ਪਿੱਛੇ ਜਿਵੇਂ ਦੇਖਿਆ ਮਾਸਕ ਦਾ ਵੀ ਫਿਰਦਾ ਸੀ, ਉਹਦੇ ਤੇ ਐਕਸ਼ਨ ਹੀ ਕੋਈ ਨਹੀਂ ਹੋਇਆ। ਐਕਸ਼ਨ ਕੀ ਕਹਿੰਦੇ ਆ ਕਿ ਇਹ ਜਿਹੜਾ ਬਾਬੇ ਨੇ ਕਹਿਤਾ ਕਿ ਨਹੀਂ ਜੀ, ਜਾਂ ਸਿਵਲ ਸਰਜਨ ਨੇ ਗੱਲ ਬਲਕਿ ਕਹਿਤੀ ਕਿ ਨਹੀਂ ਜੀ ਇਹ ਤਾਂ ਜਿਹੜਾ ਹੈਗਾ ਆਯੁਰਵੈਦਿਕ ਦਵਾਈ ਦਿੰਦਾ, ਇਹ ਤਾਂ ਆਯੁਰਵੈਦਿਕ ਸਿਸਟਮ ਕਰੇ। ਤੇ ਤੂੰ ਸਿਵਲ ਸਰਜਨ ਕਿਸ ਕੰਮ ਵਾਸਤੇ ਬਣਿਆ ਹੋਇਆ ਵੀ? ਮੈਂ ਉੱਥੇ ਫਾਜ਼ਿਲਕਾ ਜਾਂਦੇ ਹੀ ਜਾ ਕੇ ਇੱਕ ਐਸਾ ਬੰਦਾ ਜਿਹੜਾ ਲੋਕਾਂ ਕੋਲੋਂ ਲੱਖਾਂ ਰੁਪਏ ਠੱਗਦਾ ਸੀ, ਦਵਾਈ ਚੜ ਗਈ ਜੀ, ਉਹਦਾ ਇਲਾਜ ਕਰਦਾ ਸੀਗਾ। ਮੈਨੇ ਫਿਰ ਚੌਥੇ ਦਿਨ ਅੰਦਰ ਕਰਾਇਆ, 3 ਮਹੀਨੇ ਅੰਦਰ ਰਿਹਾ, ਭਾਵੇਂ ਲੋਕਾਂ ਨੂੰ ਰੌਲਾ ਪਾਉਣਾ ਸੀ ਭਾਈ ਜੀ। ਮੈਂ ਕਿਸੇ ਬੰਦੇ ਨੂੰ ਖੁਸ਼ ਕਰਨ ਵਾਸਤੇ ਸਿਵਲ ਸਰਜਨ ਨਹੀਂ ਹੈ, ਮੈਂ ਗਵਰਨਮੈਂਟ ਦੀ ਪਾਲਿਸੀ ਪਲੱਸ ਲੋਕ ਹਿੱਤ 'ਚ ਕੰਮ ਕਰਾਂਗਾ। ਇੱਥੇ ਤੁਹਾਨੂੰ ਦੱਸਿਆ ਵੀ ਨੀਟੂ ਸ਼ਟਰ ਨੂੰ ਤੁਸੀਂ ਅੰਦਰ ਕਰਾ ਲਿਆ, ਉਹ ਤੇ ਵਿਚਾਰਾ ਫਿਰ ਗਰੀਬ ਹੀ ਫਸ ਗਿਆ ਨਾ, ਬੇਸਿਕਲੀ ਤਾਂ ਇਹ ਕਹਾਂਗੇ। ਹਾਂ, ਬਾਬਾ ਰਾਮ ਸਿੰਘ ਆਰਾਮ ਨਾਲ ਫਿਰੀ ਜਾਂਦਾ, ਗਲੈਨਮਾਰਕ ਕੰਪਨੀ ਜਿਹੜੀ ਹੈਗੀ ਆਰਾਮ ਨਾਲ ਫਿਰੀ ਜਾਂਦੀ, ਉਹ ਡਸਕੇ ਪਿੰਡ ਵਾਲਾ ਆਰਾਮ ਨਾਲ ਫਿਰੀ ਜਾਂਦਾ। ਇੱਕ ਹੋਰ ਵੀ ਹੈਗਾ ਸੀ ਫਿਰੋਜ਼ਪੁਰ। ਕਾਨੂੰਨ ਸਿਰਫ ਛੋਟਿਆਂ ਵਾਸਤੇ ਕਹਿ ਸਕਦੇ, ਕਾਨੂੰਨ ਸਿਰਫ ਛੋਟਿਆਂ ਵਾਸਤੇ ਬਣਿਆ ਹੋਇਆ, ਕਾਨੂੰਨ ਵੱਡਿਆਂ ਵਾਸਤੇ ਨਹੀਂ। ਇਸ ਕਰਕੇ ਇਹ ਜਿਹੜਾ ਹੁਣ ਦੀ ਘੜੀ ਇਹ ਰੈਕਟ ਚੱਲ ਰਿਹਾ, ਬਲਕਿ ਜਿਹੜਾ ਹੈਗਾ ਮੈਡੀਸਿਨ ਜਿਹੜੀ ਹੈਗੀ ਆ ਓਪਨ ਮਾਰਕੀਟ ਕੀਤੀ ਹੋਈ ਹੈ, ਜਿਹਦਾ ਦਿਲ ਕਰਦਾ ਉਹ ਉੱਥੇ ਠੱਪਾ ਲਾ ਕੇ ਤੇ ਆਪਣੀ ਮੈਡੀਸਿਨ ਵੇਚਣ ਲੱਗ ਜਾਵੇ। ਇਹ 100% ਸਰਕਾਰ ਦੀ ਜ਼ਿੰਮੇਵਾਰੀ ਹੈ। ਡਾਕਟਰ ਸਾਹਿਬ, ਫਿਰ ਤਾਂ ਗਰੀਬਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਅਗਰ ਓਪਨ ਕੀਤੀ ਹੋਈ ਆ। ਕਈ ਸਮਾਨ ਇਦਾਂ ਦੇ ਵੀ ਸਿੱਧਾ ਫੈਕਟਰੀ ਦੇ ਵਿੱਚ ਟੈਕਸ ਲੱਗ ਕੇ ਆਉਂਦਾ। ਅਗਰ 2500 ਦੀ ਜਿਹੜੀ ਹੈਗੀ ਆ ਦਵਾਈ ਉਹ ਬਾਹਰ 400 ਰੁਪਏ ਦੀ ਵੇਚ ਰਿਹਾ, ਤਾਂ ਉਹ ਟੈਕਸ ਵੀ ਚੋਰੀ ਹੋ ਰਿਹਾ ਕਿਤੇ ਨਾ ਕਿਤੇ। ਕਿੱਡਾ ਵੱਡਾ ਜਿਹੜਾ ਹੈਗਾ ਟੈਕਸ, ਇਕੱਲਾ ਸਿੱਧਾ ਟੈਕਸ ਇਦਾਂ ਨਹੀਂ ਚੋਰੀ ਹੁੰਦਾ। ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਹੈਗੀ ਹੈ ਕਿ ਬੰਦੇ ਜਿਹੜੇ ਹੈਗੇ ਆ ਉਹ 2 3 4 ਡੱਬੇ ਇਹ ਜਿਹੜੀਆਂ ਸੋ ਕਾਲਡ ਜਿਹੜੀ ਹੁਣ ਜੈਨਰਿਕ ਦੀਆਂ ਗੱਲਾਂ ਕਹਿ ਕੇ ਭੱਜਣ ਨਹੀਂ ਨਾ ਹੋਣਾ, ਹੁਣ ਫਿਰ ਉਹਦਾ ਜਵਾਬ ਤਾਂ ਦੇਣਾ ਹੀ ਪੈਣਾ ਨਾ ਵਿੱਚ। ਉੱਥੋਂ ਫੈਕਟਰੀ ਤੋਂ ਇੱਕ ਵਾਰੀ ਮਾਲ ਕੱਟ ਲਿਆ 2 4 ਡੱਬੇ, ਉਸ ਤੋਂ ਬਾਅਦ ਉਹ ਆਪਣੇ ਸਟੋਰ 'ਚ ਰੱਖਣੇ ਆ ਔਰ ਬਾਕੀ ਸਿੱਧਾ ਮਾਲ ਲਿਆ ਵਿੱਚ ਜਨਾ, ਮਤਲਬ ਸਾਰਾ ਕੁਝ ਹੀ ਗਿਆ ਤੁਹਾਡਾ। ਤੁਸੀਂ ਇਹ ਕਹਿੰਦੇ ਆ ਵੀ ਜਿਹੜਾ ਹੈਗਾ ਆਪਾਂ 2500 ਵਾਲੀ 400, ਮੈਂ ਤਾਂ ਕਿਹਾ ਫਿਰ ਉਹ ਤੋਂ 100 'ਚ ਵੀ ਫਿਰ ਮਿਲ ਜੂਗੀ। ਜਦੋਂ ਦੇਣਾ ਲੈਣਾ ਹੈ ਨਹੀਂ ਕੁਝ ਵੀ, ਸਾਰੇ ਦਾ ਸਾਰਾ ਮਲਾਈ ਹੈਗੀ ਹੈ, ਸਾਰੀ ਮਲਾਈ ਹੀ ਛਕਣੀ ਹੈ। ਇਸ ਕਰਕੇ ਇਹ ਸਰਕਾਰ ਨੂੰ ਅੱਜ ਇਹ ਪੁਆਇੰਟ ਰੇਜ਼ ਹੋਇਆ ਹੈ, ਬਹੁਤ ਵਧੀਆ ਗੱਲ ਹੋਈ ਹੈ। ਸਰਕਾਰ ਨੂੰ ਥੋਰੋ ਇਨਕੁਆਇਰੀ ਕਰਨੀ ਚਾਹੀਦੀ ਹੈ ਔਰ ਆਪਣੀ ਗੱਲ ਮੰਨਣੀ ਚਾਹੀਦੀ ਹੈ। ਵੈਸੇ ਇਸ ਗੱਲ ਵਾਸਤੇ ਮੈਂ ਤਾਂ ਤੁਹਾਨੂੰ ਦੱਸਿਆ, ਸ਼ਾਇਦ ਮੈਂ ਬਹੁਤ ਵਾਰੀ ਇਹ ਗੱਲ ਕਹਿਤੀ ਕਿ ਜਿੰਨੀ ਦੇਰ ਤੱਕ ਸਰਕਾਰ ਜਿਹੜੀ ਹੈਗੀ ਹੈ ਮੈਡੀਸਿਨ ਦਾ ਇੱਕ ਸਾਲਟ ਦਾ ਇੱਕ ਰੇਟ ਸਾਰੇ ਇੰਡੀਆ 'ਚ ਨਹੀਂ ਰੱਖਦੀ, ਉਨੀ ਦੇਰ ਤੱਕ ਇਹ ਲੁੱਟ ਖਸੁੱਟ ਚੱਲੀ ਜਾਣੀ ਹੈ। ਡਾਕਟਰ ਸਾਹਿਬ, ਕੀ ਜਿਹੜੀਆਂ ਜ਼ਰੂਰੀ ਜਿਹੜੀਆਂ ਦਵਾਈਆਂ, ਕੁਝ ਤੁਸੀਂ ਦੱਸਿਆ ਕੁਝ ਦਵਾਈਆਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ, ਬਾਕੀ ਤੇ ਨਹੀਂ ਆ, ਉਹ ਤਾਂ ਫਿਰ ਗਲਤ ਹੈ ਕਿਤੇ ਨਾ ਕਿਤੇ, ਕਿਉਂਕਿ ਮੈਡੀਸਨ ਤਾਂ ਜਿਹੜੀ ਮਰੀਜ਼ ਵਾਸਤੇ ਬਹੁਤ ਜ਼ਰੂਰੀ ਆ। ਇਹ ਤਾਂ ਟੋਟਲੀ ਕੰਟਰੋਲ ਹੋਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਇੱਕ ਸਾਲਟ ਦਾ ਜਿਹੜਾ ਇੱਕ ਫਿਕਸ ਰੇਟ ਹੋਣਾ ਚਾਹੀਦਾ, ਫਿਕਸ ਰੇਟ ਹੋਣਾ ਚਾਹੀਦਾ ਬਸ। ਤੇ ਜਿਸ ਤਰ੍ਹਾਂ ਹੁਣ ਬਲਜਿੰਦਰ ਸਿੰਘ ਜਿੱਦੂ ਦੀ ਗੱਲ ਕਰੀਏ, ਉਹ ਮੋਦੀ ਗੁਰੂ ਨਾਨਕ ਨਾਮ ਦੇ ਜਿਹੜੇ ਨਾਂ ਤੇ ਮੋਦੀ ਖਾਨਾ ਚਲਾ ਰਿਹਾ, ਦਵਾਈਆਂ ਲਿਆ ਕੇ ਵੇਚ ਰਿਹਾ, ਕੋਈ ਪ੍ਰੋਫਿਟ ਨਹੀਂ ਕਮਾ ਰਿਹਾ। ਹੋ ਸਕਦਾ ਕਮਾ ਵੀ ਰਿਹਾ ਹੋਵੇ 5-10%, ਕਿਉਂਕਿ ਤਨਖਾਹਾਂ ਦੇਣੀਆਂ, ਮੁਲਾਜ਼ਮ ਰੱਖੇ ਹੋਏ ਆ 5-7 ਹੈ। ਇਸ ਤਰ੍ਹਾਂ ਵੀ ਨਾ ਹੈ, ਦਵਾਈਆਂ ਜਿਹੜੀਆਂ ਹੈਗੀਆਂ ਉਹ ਤਾਂ ਹੈਗੀ ਹਜ਼ਾਰਾਂ ਦੇ ਹਿਸਾਬ ਨਾਲ ਲਿਸਟ। ਬਿਲਕੁਲ। ਤੇ ਉਹ ਜਿੰਦੂ ਸਾਹਿਬ ਦਾ ਦੱਸ ਰਹੇ 5 ਬੰਦੇ 5 ਦਵਾਈਆਂ ਅੱਗੇ, ਤੇ ਜਿਹੜੀਆਂ ਬਾਕੀ ਦੀਆਂ ਹਜ਼ਾਰਾਂ ਦੇ ਹਿਸਾਬ ਨਾਲ ਅੱਗੇ ਉਹ ਕਿਹੜੇ ਰੇਟ ਤੇ ਵੇਚਦੇ ਆ, ਉਸ ਦਾ ਜਵਾਬ ਦੇ ਵੀ ਫਿਰ ਜਿੰਦੂ ਵੀ ਬਣੇਗਾ ਨਾਲ ਵਿੱਚ ਨਾ। ਬਿਲਕੁਲ ਬਿਲਕੁਲ ਠੀਕ ਹੈ। ਇਸ ਸਿਰਫ ਆਪਾਂ ਇਕੱਲੇ ਇੱਕ ਕੈਮਿਸਟ ਚੋਂ ਜੇ ਇੱਕ ਗੱਲ ਨੂੰ ਲੈ ਕੇ ਆਪਾਂ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਉਸ ਨੂੰ ਬਦਨਾਮ ਵੀ ਨਹੀਂ ਕਰ ਸਕਦੇ। ਬਿਲਕੁਲ। ਕਿਉਂਕਿ ਜਿਹੜੀਆਂ 5-7 ਦਵਾਈਆਂ ਉਹਨਾਂ ਨੇ ਦੱਸੀਆਂ ਨੇ, ਸਿਰਫ ਉਸ ਤੋਂ ਇਲਾਵਾ ਉਹਨਾਂ ਦੀ ਦੁਕਾਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀਡੀਓ ਦਿਖਾਈ ਦੇ ਰਹੀਆਂ ਕਿੰਨੀਆਂ ਸਾਰੀਆਂ ਹਜ਼ਾਰਾਂ ਦੇ ਸਾਹਮਣੇ ਦਵਾਈਆਂ ਪਈਆਂ। ਬਿਲਕੁਲ ਜੀ ਬਿਲਕੁਲ। ਉਹਦਾ ਕੌਣ ਜਵਾਬ ਦੇ ਬਣੇਗਾ? ਬਿਲਕੁਲ ਨਹੀਂ, ਉਹਨੇ ਬਟ ਮੇਨ ਦੱਸਦੀਆਂ, ਹੋ ਸਕਦਾ ਸਾਰੀਆਂ ਨੇ ਮੇਨ ਜਿਹੜੀ ਦੱਸੀਆਂ ਉਹਨੇ 5-7 ਦਵਾਈਆਂ ਦੱਸੀਆਂ। ਹਾਂਜੀ, ਗੱਲ ਇਹ ਹੈ ਵੀ ਜਦੋਂ ਬਲਜਿੰਦਰ ਸਿੰਘ ਜਿੰਦੂ ਕਿਸੇ ਤਰ੍ਹਾਂ ਵਿੱਚ ਫੰਡ ਇਕੱਠਾ ਕਰ ਰਿਹਾ, ਆਪਣੇ ਕੋਲੋਂ ਕਰ ਰਿਹਾ ਖਰਚਾ, ਜੋ ਰੇਟ ਉਹਨੂੰ ਆਇਆ ਉਹ ਰੇਟ ਤੇ ਦੇ ਰਿਹਾ, ਫਿਰ ਜਿਹੜੇ ਲੋਕ ਜਿਹੜੇ ਧਮਕੀਆਂ ਦੇ ਰਿਹਾ ਉਹ ਮੈਡੀਕਲ ਸਟੋਰਾਂ ਵਾਲੇ ਹੋ ਸਕਦੇ ਆ, ਕੋਈ ਹੋਰ ਹੋ ਸਕਦੇ ਇਸ ਡਰੱਗ ਦੇ ਜਿਹੜੇ ਹੈਗੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ, ਉਹ ਧਮਕੀਆਂ ਦੇ ਰਿਹਾ। ਉਹ ਕਿਉਂ ਧਮਕੀਆਂ ਦੇ ਰਿਹਾ? ਕਿਉਂਕਿ ਮੈਂ ਚੀਜ਼ ਖਰੀਦੀ ਆ, ਮੈਂ ਚਾਹੇ ਫ੍ਰੀ ਚ ਦਵਾਂ ਚਾਹੇ ਮੈਂ ਉਹਨੂੰ ਲੱਗੇ ਰੇਟ ਦਵਾਂ, ਤੇ ਮੇਰੀ ਮਰਜ਼ੀ। ਧਮਕੀਆਂ ਦੇ ਜੇ ਤੁਹਾਨੂੰ ਯਾਦ ਹੋਵੇ, ਫਾਜ਼ਿਲਕਾ ਮੈਂ ਸਿਵਲ ਸਰਜਨ ਸੀ, ਜਿਸ ਦਿਨ ਮੈंने ਸ਼ਰਾਬ ਦੇ ਸੈਂਪਲ ਭਰੇ, ਉਦੋਂ ਪਤਾ ਕਿੰਨੀ ਲੜਾਈ ਹੋਈ। ਜਿਹੜਾ ਅਸਿਸਟੈਂਟ ਟੈਕਸੇਸ਼ਨ ਕਮਿਸ਼ਨਰ ਸੀਗਾ ਉਹ ਆਪ ਜਾ ਕੇ ਠੇਕੇ ਤੇ ਖੜਾ ਹੋ ਗਿਆ। ਇਹਦਾ ਮਤਲਬ ਸੀਗਾ ਵੀ ਉਹ ਠੇਕੇ ਵਾਲੇ ਦੇ ਨਾਲ ਹੀ ਰਲਿਆ ਹੋਇਆ ਸੀਗਾ। ਨਹੀਂ ਤੇ ਕਮਿਸ਼ਨਰ ਦਾ ਉੱਥੇ ਕੀ ਕੰਮ ਹੈ?
ਸੈਂਪਲ ਤਾਂ ਮੈਂ ਭਰੇ, ਬਿਲਕੁਲ ਠੇਕੇ ਵਾਲਾ ਮੇਰੇ ਨਾਲ ਆਬਜੈਕਸ਼ਨ ਕਰੇ ਤਾਂ ਮੈਨੂੰ ਠੀਕ ਲੱਗਦਾ, ਬਿਲਕੁਲ। ਲੇਕਿਨ ਉਹ ਜਿਹੜਾ ਟੈਕਸੇਸ਼ਨ ਕਮਿਸ਼ਨਰ ਕਿਉਂ ਆਬਜੈਕਸ਼ਨ ਕਰੇ? ਔਰ ਫਿਰ ਉੱਥੇ ਉਹ ਧਮਕੀਆਂ, ਸਗੋਂ ਜਿੱਥੇ ਅਸੀਂ ਪੁਲਿਸ ਨੂੰ ਪਰਚਾ ਦਿਖਾਇਆ, ਮੇਰੇ ਵਾਲਾ ਪਰਚਾ ਦਰਜ ਨਹੀਂ ਕੀਤਾ, ਉਹਦੇ ਵਾਲੇ ਉਹਨਾਂ ਨਾਲ ਚੱਕੀ ਫਿਰਦੇ ਸੀਗੇ। ਉਹ ਕਮਾਲ ਦੀ ਗੱਲ ਹੈ ਯਾਰ, ਇੱਕ ਗਵਰਨਮੈਂਟ ਆਫੀਸਰ ਜਿਹੜਾ ਹੈਗਾ ਇੱਕ ਸੈਂਪਲ ਭਰ ਰਿਹਾ, ਠੀਕ ਹੈ, ਉਹਨੇ ਕਿਸੇ ਬੰਦੇ ਨੂੰ ਕੀ ਧਮਕਾਉਣਾ ਉੱਥੇ? ਜੇ ਫਿਰ ਉਹਦੇ 'ਚ ਹਿੰਮਤ ਸੀ ਕਿ ਮੈਂ ਉਹਨੂੰ ਕਿਹਾ ਸੀ ਕਿ ਤੁਹਾਡੇ 'ਚ ਹਿੰਮਤ ਹੈਗੀ ਨਾ, ਤੁਸੀਂ ਕਹਿੰਦੇ ਪੈਸੇ ਲੈਣਾ ਸੀ, ਤੁਸੀਂ ਪ੍ਰੂਵ ਕਰੋ। ਤੁਹਾਡਾ ਇਹ ਜਿਹੜਾ ਕਮਿਸ਼ਨਰ ਇਹ ਆਇਆ ਕਿਉਂ? ਸਾਡੀ ਉਹ ਲੇਡੀ ਆਫੀਸਰ ਸੀਗੀ, ਉਹਦੇ ਕਾਗਜ਼ ਖੋਲ ਕੇ ਲੈ ਗਿਆ, ਸੈਂਪਲ ਲੈ ਕੇ ਧੱਕੇ ਨਾਲ ਉਹਨਾਂ ਕੋਲ ਖੋ ਕੇ। ਇਹ ਸਰਕਾਰ ਦੀਆਂ ਬੇਈਮਾਨੀਆਂ ਕੀ ਸਾਰੇ ਆਫੀਸਰ ਵੀ ਵਿੱਚੇ ਬੇਈਮਾਨ ਨੇ। ਤੇ ਇਹ ਕਹਾਵਤ ਫਿਰ ਸਹੀ ਲੱਗਦੀ ਕਿਤੇ ਨਾ ਕਿਤੇ, ਕੁੱਤੀ ਚੋਰਾਂ ਨਾਲ ਰਲੀ ਹੋਈ। ਉਹ ਕੁੱਤੀ ਚੋਰਾਂ ਨਾਲ ਉਸ ਤੋਂ ਅੱਗੇ ਰਲਿਆ ਹੋਇਆ ਹੈ। ਮਿਨਿਸਟਰ ਕਹਿੰਦਾ ਲੈ ਜੀ ਡਾਕਟਰ ਮਲਤਾਨੀ ਨੂੰ ਕੀ ਜ਼ਰੂਰਤ ਸੀਗੀ ਠੇਕੇ, ਕਿਉਂਕਿ ਉਹਦੇ ਆਪਣੇ ਠੇਕੇ ਚੱਲਦੇ ਆ। ਬਿਲਕੁਲ। ਹੈਲਥ ਮਿਨਿਸਟਰ ਨੇ ਇਹ ਗੱਲ ਕਹੀ ਕਿ ਡਾਕਟਰ ਮਲਤਾਨੀ ਨੂੰ ਕੀ ਜ਼ਰੂਰਤ ਹੈ ਠੇਕੇ ਦੇ, ਸਾਡੇ ਇੰਨੇ ਪੈਸੇ ਜਿਹੜੇ ਹੈਗੇ ਇੰਸਟਾਲਮੈਂਟ ਜਾਂਦੀਆਂ ਨੇ ਲੱਖਾਂ ਦੇ ਹਿਸਾਬ ਨਾਲ। ਆਹ ਤਾਂ ਹਾਲਾਤ ਨੇ ਇਹਨਾਂ ਲੋਕਾਂ ਦੇ। ਆਹ ਪੰਜਾਬ ਦਾ ਸਿਹਤ ਮੰਤਰੀ ਤੁਸੀਂ ਦੇਖ ਲਓ ਵਿੱਚ ਜਿਹੜੀ ਹੈਗੀ ਹੈ, ਕਿਹੜੇ ਨਸ਼ਿਆਂ ਦੀਆਂ ਗੱਲਾਂ ਕਰਦੇ ਆ ਇਹ। ਕਿ ਤੁਸੀਂ ਫੂਡ ਤੋਂ ਗੱਲ ਸਟਾਰਟ ਕੀਤੀ ਸੀ ਅੱਜ, ਹੈ ਨਾ? ਹਾਂਜੀ ਬਿਲਕੁਲ। ਹਾਂ, ਤੇ ਫਿਰ ਤੁਸੀਂ ਆਪੇ ਦੇਖ ਲਓ, ਫਿਰ ਜਿਹੜਾ ਹੈਗਾ ਠੇਕੇ ਤੇ ਸੈਂਪਲ ਮੈਂ ਭਰੇ ਐਜ ਏ ਸਿਵਲ ਸਰਜਨ, ਆਪਣੀ ਟੀਮ ਨੂੰ ਨਾਲ ਲੈ ਕੇ, ਫੂਡ ਸੇਫਟੀ ਆਫੀਸਰਸ ਨਾਲ ਸੀਗਾ, ਨਾਲ ਉਹ ਅਸਿਸਟੈਂਟ ਆਪਣਾ ਕਮਿਸ਼ਨਰ ਫੂਡ ਹੁੰਦੇ ਉਹ ਮੇਰੇ ਨਾਲ ਸੀਗੇ ਵਿੱਚ, ਜਿਹੜਾ ਸਾਡਾ ਅਮਲਾ ਸਾਰਾ ਨਾਲ ਸੀਗਾ। ਉਹਦੇ 'ਚ ਹੀ ਹੈਲਥ ਮਿਨਿਸਟਰ ਜਿਹੜੀ ਹੈਗੀ ਇਹ ਗੱਲ ਕਹਿ ਰਿਹਾ, ਤੁਸੀਂ ਲੋਕਾਂ ਨੂੰ ਜਿਹੜੀਆਂ ਹੈਗੀਆਂ ਨੇ ਸਹੂਲਤਾਂ ਦੀਆਂ ਗੱਲਾਂ ਕਰਦੇ। ਕਿਹੜੀ ਸਹੂਲਤਾਂ ਦੀਆਂ ਗੱਲਾਂ ਕਰਦੇ ਹੋ? ਅੱਜ ਤੁਸੀਂ ਦੇਖੋ, ਤੁਸੀਂ ਮੈਡੀਸਿਨ ਦੀ ਗੱਲ ਕੀਤੀ ਹੈ। ਹੁਣ ਮੈਂ ਤੁਹਾਨੂੰ ਫਿਰ ਵੀ ਦੱਸਦਾ ਵਾਂ ਕਿ ਵੱਡੇ ਜਿਹੜੇ ਗਵਰਨਮੈਂਟ ਦੇ ਪ੍ਰੋਗਰਾਮ ਚੱਲਦੇ ਨੇ, ਜਿਹਦੇ 'ਚ ਖਾਸ ਕਰਕੇ ਆਪਾਂ ਜਦੋਂ ਗੱਲ ਕਰਦੇ ਹਾਂ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੈਲਸ਼ੀਅਮ ਆਇਰਨ ਦੀ ਜ਼ਰੂਰਤ ਪੈਂਦੀ, ਇਹਨਾਂ ਦੇ ਸੈਂਪਲ ਫੇਲ ਹੋਏ ਆ। ਟੀਬੀ ਵਾਲੀ ਬਿਮਾਰੀ ਦੇ ਦਵਾਈ ਦੇ INS ਦੇ ਸੈਂਪਲਸ ਇਹਨਾਂ ਦੇ ਫੇਲ ਹੋਏ ਆ, ਜਿਹੜੇ ਮੋਟੇ ਤੌਰ 'ਤੇ ਮੈਨੂੰ ਯਾਦ ਨੇ ਵਿੱਚੋਂ। ਟੱਟੀਆਂ ਉਲਟੀਆਂ ਵਾਲੇ ਕੇਸ ਦੇ ਵਿੱਚ ORS, ਜਿਹਨੂੰ ਆਪਾਂ ਜੀਵਨ ਦਾ ਘੋਲ ਕਹਿੰਦੇ ਆਪਾਂ, ਬਾਹਰ ਹੀ ਉਹਦੇ 'ਤੇ ਲਿਖਿਆ ਹੁੰਦਾ ਜੀਵਨ ਦਾ ਘੋਲ। ਤੁਹਾਡੇ ਜੀਵਨ ਦਾ ਘੋਲ ਤੇ ਜਿਹੜਾ ਹੈਗਾ ਉਹਦੇ ਸੈਂਪਲ ਫੇਲ ਹੋਏ ਆ। ਫਿਰ ਕਿਹੜੀ ਸਰਕਾਰ ਦੀ ਗੱਲ ਕਰਦੇ ਆਪਾਂ? ਸੌਰੀ, ਇੱਥੋਂ ਸ਼ੋਅ ਹੋ ਰਿਹਾ ਕਿ ਤੁਹਾਡੇ ਵਾਲੀ ਉਹ ਗੱਲ ਹੈ ਵੀ ਚੋਰ ਕੁੱਤੀ ਨੂੰ ਪਾਲਣ ਵਾਲੇ ਵੀ ਰਲੇ ਹੋਏ ਸਨ। ਉਹਨਾਂ ਦੇ ਉੱਪਰ ਜਿਹੜੇ ਬੈਠੇ ਹੋਏ ਨਾ, ਉਹ ਵੀ ਸਾਰੇ ਰਲੇ ਹੋਏ ਆ। ਤੇ ਤੁਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਦੀ ਉਹਦੀ ਗੁਣਵੱਤਾ ਤੇ ਜਿਹੜਾ ਹੈਗਾ ਸਵਾਲ ਚੁੱਕਿਆ, ਫਿਰ ਲੋਕ ਵਿਚਾਰੇ ਗਰੀਬ ਲੋਕ ਤਾਂ ਸਰਕਾਰੀ ਹਸਪਤਾਲਾਂ ਦੇ ਉੱਤੇ ਨਿਰਭਰ ਆ, ਉਹਨਾਂ ਦਾ ਕਿੱਦਾਂ ਫਿਰ ਕੀ ਕਰਨਗੇ? ਉਹਦੇ 'ਚ ਸੈਂਸ ਸਾਹਿਬ, ਮੈਂ ਤਾਂ ਤੁਹਾਨੂੰ ਦੱਸਿਆ ਕਿ MD ਜਿਹੜਾ ਹੈੱਡ ਹੁੰਦਾ, ਜਿਸ ਨੇ ਪੰਜਾਬ ਦੀ ਪਰਚੇਜ਼ ਕਰਨੀ ਹੁੰਦੀ ਹੈ, ਉਸ ਨੂੰ ਰਿਕੁਐਸਟ 'ਤੇ ਬੁਲਾ ਕੇ ਤੇ ਸਟੋਰ ਦੇ ਵਿੱਚ ਅੰਦਰ ਵੜਤਾ। ਮੈਂ ਕਿਹਾ ਜੀ ਆਹ ਦੇਖ ਲਓ ਤੁਸੀਂ ਜੋ ਕੁਝ ਤੁਸੀਂ ਰਨ ਕਰਦੇ। ਮੈਡੀਸਿਨ ਉਹਦੇ ਹੱਥ 'ਚ ਫੜਾਈ ਮੈਨੇ, ਠੀਕ ਹੈ, ਕਿ ਇਹ ਮੈਡੀਸਿਨ ਕਿਹੜੀ ਕੰਪਨੀ ਦੀ ਬਣੀ ਹੋਈ ਹੈ। ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਇਹ ਜਿਹੜਾ ਜੋ ਬਣੀ ਹੋਈ ਹੈ ਨਾ, ਪੇਪਰ ਪੈਕਿੰਗ ਉਹਦੀ ਕੀਤੀ ਹੋਈ ਹੈ, ਤੇ ਜਿਹੜੀ ਅੰਦਰ ਜਿਹੜੀ ਮੈਡੀਸਿਨ ਉਹਨੂੰ ਨਾਲ ਹੀ ਭੋਰ ਕੇ ਦਿਖਾਤਾ ਸੀਗਾ, ਇਹ ਤਾਂ ਕੋਠੇ 'ਤੇ ਬਣ ਜਾਂਦੀ ਹੈ, ਇਹਦੇ ਵਾਸਤੇ ਇੰਡਸਟਰੀ ਲਾਉਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਸਰਕਾਰ ਜਿਹੜੀ ਹੈਗੀ ਹੈ ਇਹ ਪਰਚੇਜ ਕਰਦੀ ਕਿੱਥੋਂ ਹੈ, ਕਿਹੜੀ ਇਹਨਾਂ ਦੀ ਜਿਹੜੀ ਹੈਗੀ ਹੈ ਪਰਚੇਜ ਪਾਲਿਸੀ ਹੈ ਵਿੱਚ ਜਿਹੜੀ ਹੈਗੀ ਹੈ, ਪਤਾ ਨਹੀਂ ਕਿਹੜੀ ਖੁੱਡੇ 'ਚੋਂ ਕੱਢ ਕੇ ਲਿਆਉਂਦੇ ਨੇ, ਕੰਪਨੀ ਲੈ ਕੇ ਆਉਂਦੇ ਨੇ, ਉਹਦੀ ਪਰਚੇਜ ਕਰ ਲੈਂਦੇ ਆ ਵਿੱਚ ਜਿਹੜੀ। ਔਰ ਮੈਂ 33 ਸਾਲ ਨੌਕਰੀ ਕੀਤੀ ਹੈ, ਮੈਨੂੰ ਇਸ ਗੱਲ ਦਾ ਪਤਾ ਕਿ ਜਦੋਂ ਮੈਂ ਨੌਕਰੀ ਜੁਆਇਨ ਕੀਤੀ ਸੀ ਨਾ, ਸਾਡੇ ਇੱਕੋ ਹੀ ਫੈਕਟਰੀ ਮੁੜ ਕੇ ਆਈ ਹੁੰਦੀ ਸੀ 1987 ਦੇ ਆਸੇ-ਪਾਸੇ, ਬਰਨਾਲੇ ਦੇ ਆਸੇ-ਪਾਸੇ, ਜਿਹਦੀ ਸਰਕਾਰ, ਉਹਦੀਆਂ ਫੈਕਟਰੀਆਂ ਔਰ ਉਹਦੀ ਦਵਾਈ ਪਤਾ ਨਹੀਂ ਕਿੱਦਾਂ ਬਣਾ ਲੈਂਦੇ ਆ, ਉਹਦਾ ਕੀ ਸੈਟਸ ਬਣਾ ਕੇ ਕਰਦੇ ਆ ਵਿੱਚੋਂ। ਹੁਣ ਵੀ ਤੁਸੀਂ ਛੱਡੋ, ਜਿਹੜੇ ਇਮਾਨਦਾਰ ਤੋਂ ਇਮਾਨਦਾਰ ਮਿਨਿਸਟਰ ਹੋਏ ਆ, ਉਹਨਾਂ ਦਾ ਵੀ ਨਾਮ ਆਇਆ ਵਿੱਚ, ਬਾਕੀ ਦਿਆਂ ਤਾਂ ਆਉਣਾ ਹੀ। ਤੁਸੀਂ ਦੇਖੋ ਹੁਣ ਕੋਈ ਕੰਪੇਨ ਆਉਂਦੀ ਨਾ ਸਾਡੀ ਪੋਲੀਓ ਵਾਲੀ ਜਿਹੜੀ ਆ ਜਾਵੇ, ਉਹਦਾ ਤਾਂ ਮੈਨੂੰ ਪਤਾ, ਉਹ ਚੰਡੀਗੜ੍ਹ ਦੀ ਬਜਾਏ ਨਾ ਪੰਜਾਬ ਦੇ ਸੈਂਟਰ 'ਚ ਜਾ ਕੇ ਕੋਈ ਸੰਗਰੂਰ ਛਪਾਉਣ ਲੱਗ ਜਾਂਦਾ, ਪੋਸਟਰ ਜਿਹੜੇ ਛਪਾਉਣੇ ਹੁੰਦੇ ਨੇ। ਆਹ ਤੁਸੀਂ ਦੇਖੋ ਕੋਵਿਡ ਦੇ ਕਿੰਨੇ ਪੈਸੇ ਆਏ, ਤੁਸੀਂ ਦੇਖਿਆ ਇੱਥੇ ਸੜਕਾਂ ਦੇ ਕਿਨਾਰੇ ਬੈਨਰ 'ਚ ਲਾਏ ਹੋਏ। ਹਾਂਜੀ ਹਾਂਜੀ। ਇਹ ਵੀ ਤੁਸੀਂ ਜਦੋਂ ਇਹਦਾ ਵੀ ਬਾਅਦ ਅੱਜ ਕੱਲ੍ਹ ਤਾਂ ਆਰਟੀਆਈ ਪਤਾ ਲੱਗ ਜਾਣਾ। ਹਾਂ, ਜਿਹੜੇ ਫਲੈਕਸ ਇੱਕ ਛਪੇ ਕਿੱਥੋਂ, ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਇਹ ਫੋਟੋ ਜਿਹੜੀ ਮਹਾਰਾਜਾ ਸਾਹਿਬ ਦੀ ਇਹ ਛਪ ਕੇ ਕਿੱਥੋਂ ਆਈ ਹੈ। MLA ਦੇ ਮੁੰਡੇ ਆ, ਚਾਚੇ ਭਤੀਜਿਆਂ ਦੇ ਠੇਕਾ ਹੁੰਦਾ ਉਹਨਾਂ ਕੋਲ। ਹਾਂ, ਉਹਨਾਂ ਕੋਲ ਠੇਕਾ ਹੁੰਦਾ। ਸੋ ਇਸ ਕਰਕੇ ਇਹ ਤਾਂ ਲੋਕਾਂ ਨਾਲ ਤਾਂ ਠੱਗੀ ਹੈ ਚਾਰ ਸਵੇਰੇ। ਬਿਲਕੁਲ ਠੀਕ ਹੈ। ਅੱਜ ਤਾਂ ਹੀ ਆਪਾਂ ਗੱਲ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਸ਼ਾਇਦ ਇਹ ਵਰਡ ਯੂਜ਼ ਕੀਤਾ ਹੈ ਕਿ ਜਿਹੜੀ ਇਹ ਗੁਰੂ ਨਾਨਕ ਮੋਦੀ ਵਾਲਿਆਂ ਨੇ ਭਾਵੇਂ ਇਨਕੰਪਲੀਟ ਇਨਫੋਰਮੇਸ਼ਨ, ਪਰ ਚੰਗਾ ਪੁਆਇੰਟ ਹੈ। ਬਿਲਕੁਲ, ਆਈ ਐਪਰੀਸ਼ੀਏਟ ਕਿ ਗੱਲ ਸ਼ੁਰੂ ਹੋਈ ਹੈ ਵਿੱਚ, ਕਿਸੇ ਨੇ ਗੱਲ ਸ਼ੁਰੂ ਕੀਤੀ ਹੈ, ਇਹਦਾ ਕੋਈ ਰਿਜ਼ਲਟ ਨਿਕਲੇਗਾ ਵਿੱਚ। ਤੇ ਲੋਕਾਂ ਨੂੰ ਇੱਕ ਉਮੀਦ ਜਾਗੀ ਆ ਗੁਰੂ ਨਾਨਕ ਮੋਦੀ ਖਾਨੇ ਤੋਂ ਕਿ ਜੋ ਉਹਨਾਂ ਦੀ ਲੁੱਟ ਹੋ ਰਹੀ ਸੀ, ਹੁਣ ਪੂਰੇ ਪੰਜਾਬ ਦੇ ਵਿੱਚ ਮੰਗ ਉੱਠਣ ਲੱਗ ਗਈ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਮੋਦੀ ਖਾਨੇ ਖੋਲ੍ਹੇ ਜਾਣ। ਕਿਤੇ ਲੋਕਾਂ ਦੀ ਉਮੀਦ ਜਾਗੀ ਹੈ। ਕੀ ਲੱਗਦਾ ਤੁਹਾਨੂੰ ਇਹ ਹੋਣਾ ਚਾਹੀਦਾ? ਮੇਰੇ ਨਾਲ ਤਾਂ ਬਹੁਤ ਸਾਰੇ ਵਰਲਡ ਓਵਰ ਲੋਕ ਸੋਸ਼ਲ ਮੀਡੀਆ ਵਿੱਚ ਕਨੈਕਟਡ ਹੈਗੇ ਨੇ, ਔਰ ਕਿਉਂਕਿ ਮੈਂ ਵੀ ਫਿਰ ਕੱਲ੍ਹ ਦਾ ਇਹੀ ਲਿਖ ਰਿਹਾ ਵਿੱਚ। ਮੈਂ ਇਹ ਗੱਲ ਕਹਿ ਰਿਹਾ ਕਿ ਇਹ ਗੱਲ ਜਿਹੜੀ ਹੈਗੀ ਭਾਵੇਂ ਇਨਕੰਪਲੀਟ ਹੈ, ਪਰ ਉਸਨੇ ਵਧੀਆ ਕੀਤੀ ਹੈ। ਸਰਕਾਰ ਨੂੰ ਜਾਗ ਜਾਣਾ ਚਾਹੀਦਾ ਅੱਜ,
ਸਰਕਾਰ ਨੂੰ ਜਾਗਣ ਵਾਸਤੇ ਇਹ ਬਹੁਤ ਵਧੀਆ ਮਟੀਰੀਅਲ ਹੈਗਾ ਵਿੱਚ। ਮੋਦੀ ਖਾਨੇ ਹਰ ਪਿੰਡ 'ਚ, ਹਰ ਸ਼ਹਿਰ 'ਚ, ਹਰ ਕੈਮਿਸਟ ਸ਼ਾਪ ਜਿਹੜਾ ਹੈਗਾ ਉਹਨੇ, ਪਰ ਕਿਉਂਕਿ ਇੱਕ ਬਿਜ਼ਨਸ ਦਾ ਪਾਰਟ ਹੈਗਾ, ਹਰ ਬੰਦਾ ਲੰਗਰ ਨਹੀਂ ਲਗਾ ਸਕਦਾ, ਇਹ ਵੀ ਗੱਲ ਨੂੰ ਆਪਾਂ ਦੇਖਣਾ ਪਏਗਾ। ਠੀਕ ਹੈ, ਜੇ ਉਹਨਾਂ ਜਿੰਦੂ ਸਾਹਿਬ ਨੇ ਲੰਗਰ ਲਾਉਣ ਦੀ ਗੱਲ ਕੀਤੀ ਹੈ, ਵੈਰੀ ਗੁੱਡ, ਲੇਕਿਨ ਹਰ ਇੱਕ ਬੰਦਾ ਲੰਗਰ ਤਾਂ ਨਹੀਂ ਲਾਏਗਾ। ਪਰ ਉਹ ਜਿਹੜੀ ਹੈਗੀ ਹੈ ਉਹ ਹਰ ਗੱਲ ਨੂੰ ਹੋਟਲ ਵੀ ਨਹੀਂ ਬਣਾਏਗਾ। ਤੁਸੀਂ ਸਰਕਾਰ ਦੀ ਜਾਗਣ ਦੀ ਗੱਲ ਕੀਤੀ, ਸਰਕਾਰ ਜਾਗੇ ਨਾ ਜਾਗੇ, ਕਿਤੇ ਨਾ ਕਿਤੇ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਹੈ, ਕਿਉਂਕਿ ਅਗਰ ਜਿੱਦਾਂ ਕਹਿ ਰਹੇ ਕਿ ਬੰਦ ਕਰਵਾਉਣ ਦੀਆਂ ਗੱਲਾਂ ਚੱਲ ਰਹੀਆਂ, ਥ੍ਰੈਟ ਆ ਰਹੇ ਆ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਨਾਲ ਖੜਨ ਦੀ ਜ਼ਰੂਰਤ ਹੈ ਕਿ ਲੋਕਾਂ ਦੇ ਲਈ ਉਹ ਜਿਹੜਾ ਚਲਾਇਆ ਗਿਆ, ਤੇ ਅਗਰ ਲੋਕ ਨਾਲ ਖੜਦੇ ਤਾਂ ਲੋਕ ਤਾਂ ਦੇਖੋ ਜਾਗ ਹੀ ਗਏ। ਲੋਕਾਂ ਦੇ ਜਾਗਣ ਦਾ ਆਪਾਂ ਹਮੇਸ਼ਾ ਇੱਕ ਵਰਡ ਯੂਜ਼ ਕਰਦੇ ਹੁੰਦੇ ਹਾਂ ਕਿ ਲੋਕਾਂ ਦੇ ਜਾਗਣ ਦੇ ਨਾਲ ਸ਼ੋਰ ਮਚਦਾ ਹੈ, ਲੇਕਿਨ ਸਰਕਾਰ ਜਾਗ ਜਾਵੇ ਤਾਂ ਲੋਕਾਂ ਦਾ ਬੈਨੀਫਿਟ ਹੋ ਜਾਂਦਾ। ਅਗਰ ਸਰਕਾਰ ਜਾਗਣਾ ਨਾ ਚਾਹਵੇ, ਜੇ ਸਰਕਾਰ ਨਾ ਜਾਗ ਜਾਵੇ, 73 ਸਾਲ ਤਾਂ ਹੁੰਦੇ ਫਿਰ ਲੁੱਟ ਖਸੁੱਟ ਚੱਲਦੀ ਨੂੰ, ਫਿਰ ਅੱਗੇ ਵੀ ਚੱਲਦੀ ਰਹੂਗੀ, ਬਸ ਇਸੇ ਤਰ੍ਹਾਂ ਹੀ ਹੈਗੀ ਆ। ਅੱਜ ਜਿਹੜੇ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਨਾ ਆਪਾਂ ਕਿ ਕਰੋਨਾ ਦੀ ਬਿਮਾਰੀ ਨਾਲ ਸੋਸ਼ਲ ਡਿਸਟੈਂਸ ਰੱਖਣਾ ਹੈ, ਮੈਂ ਇੱਕੋ ਹਮੇਸ਼ਾ ਵਰਡ ਇੱਕ ਆਪਣੇ ਸੋਸ਼ਲ ਮੀਡੀਆ 'ਤੇ ਯੂਜ਼ ਕਰਦਾ ਹੁੰਦਾ ਕਿ ਲੋਕਾਂ ਨੂੰ ਵੀ ਚਾਹੀਦਾ ਕਿ ਆਉਣ ਵਾਲੀ ਇਲੈਕਸ਼ਨ ਵਿੱਚ ਇਹਨਾਂ ਤੋਂ ਸੋਸ਼ਲ ਡਿਸਟੈਂਸ ਬਣਾ ਲਓ, ਕਿਉਂਕਿ ਜਦੋਂ ਜਿਸ ਬੰਦੇ ਨੂੰ ਤੁਹਾਡੇ ਨੇੜੇ ਨਹੀਂ ਲੱਗਣਾ ਫਿਰ ਉਹਦੇ ਕੋਈ ਸੋਸ਼ਲ ਡਿਸਟੈਂਸ ਬਣਾਉਣ 'ਚ ਫਾਇਦਾ। ਅੱਜ ਵੀ ਤਾਂ ਇਹੀ ਕੁਝ ਹੋ ਰਿਹਾ ਨਾ। ਕਰੋਨਾ ਦੀ ਬਿਮਾਰੀ ਦੇ ਵਿੱਚ ਕੋਈ ਮਿਨਿਸਟਰ ਜਿਹੜਾ ਹੈਗਾ, ਮੈਂ ਕਿਹਾ ਰੋਜ਼ ਫੋਟੋਆਂ ਖਿਚਾਉਂਦੇ ਸੀਗੇ, ਜੇ ਕਿਸੇ ਨੂੰ ਕੋਈ ਦੇਣੀ ਹੋਵੇ ਨਾ ਮਾੜੀ ਮੋਟੀ ਨੌਕਰੀ ਦੇਣੀ, ਉਹਦੇ ਹੱਥ 'ਚ ਲੈਟਰ ਫੜਾਉਣ ਵੀ ਉਹਨੂੰ ਬੁਲਾਉਂਦੇ ਸੀਗੇ ਕਿ ਆ ਲੈ ਕੇ ਜਾ, ਫਿਰ ਉਹਨੂੰ ਜੱਫੀਆਂ ਪਾਉਂਦੇ ਸੀ, ਕਿਸੇ ਨੂੰ ਹਾਰ ਪਾਉਂਦੇ ਆ। ਹੁਣ ਕਰੋਨਾ ਵਾਲੇ ਮਰੀਜ਼ ਦੇ ਕੋਲ ਕਿਉਂ ਨਹੀਂ ਜਾਂਦੇ? ਬਿਲਕੁਲ ਕਦੀ ਮੈंने ਕਿਸੇ ਵੀ ਮੀਡੀਆ ਤੇ ਇਹਨਾਂ ਦੀ ਫੋਟੋ ਨਹੀਂ ਦੇਖੀ ਕਿਸੇ ਦੇ ਕੋਲ ਜਿਹੜੀ ਹੈਗੀ ਆ। ਸਭ ਉਹ ਜਿਹੜੇ ਦਫ਼ਤਰ 'ਚ ਬੈਠੇ ਹੋਏ ਉਹ N95 ਮਾਰਕਸ ਜਿਹੜੇ ਹੈਗੇ ਮਹਿੰਗੇ ਉਹ ਪਾਏ ਜ਼ਰੂਰ ਦੇਖੇ। ਬਸ ਆਹੀ ਇਹਨਾਂ ਲੋਕਾਂ ਦੀ ਸਟੋਰੀ ਹੈ ਬਸ। ਡਾਕਟਰ ਸਾਹਿਬ, ਅੱਜ ਮੋਦੀ ਖਾਨੇ ਜਿਹੜੇ ਹੈਗੇ ਖੋਲ੍ਹਣੇ ਪੈ ਰਹੇ ਆ, ਕਿਉਂ ਜ਼ਰੂਰਤ ਪੈ ਰਹੀ ਇਹਨਾਂ ਦੀ ਖੋਲ੍ਹਣ ਦੀ, ਸਸਤੀਆਂ ਦਵਾਈਆਂ ਦੀ? ਕੌਣ ਦੇ ਪਿੱਛੇ ਜ਼ਿੰਮੇਵਾਰ ਆ? ਕਿਉਂ ਲੋਕ ਅੱਜ ਮੰਗ ਕਰ ਰਹੇ ਵੀ ਹੋਰ ਖੁੱਲ੍ਹਣੇ ਚਾਹੀਦੇ ਆ? ਨਹੀਂ ਦੇਖੋ, ਇੱਕ ਗੱਲ ਸੈਂਸਰ ਮੈਂ ਤੁਹਾਨੂੰ ਕਹਿ ਦਵਾਂ ਕਿ ਜਿਸ ਤੱਕ ਲੋਕਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ ਨਾ ਤੇ ਟੈਕਨੀਕਲ ਪ੍ਰੈਜੈਂਟੇਸ਼ਨ 'ਚ ਫਰਕ ਹੁੰਦਾ ਜ਼ਰੂਰ। ਲੋਕਾਂ ਨੇ ਸਿਰਫ ਰੇਟ ਦੀ ਗੱਲ ਕਰਨੀ ਹੈ ਕਿ ਰੇਟ ਘੱਟ ਮਿਲ ਗਿਆ ਵਿੱਚੋਂ, ਉਹਦੇ ਵਿੱਚ ਅਗਲੀ ਗੱਲ ਟੈਕਨੀਕਲ ਆ ਜਾਂਦੀ ਹੈ ਫਿਰ ਵਿੱਚ। ਸੋ ਤਾਂ ਹੀ ਮੈंने ਇਹ ਗੱਲ ਕੀਤੀ ਹੈ ਕਿ ਉਹਨਾਂ ਨੇ 5-6 ਮੈਡੀਸਿਨ ਦਾ ਰੇਟ ਤਾਂ ਦੱਸ ਦਿੱਤਾ, ਲੇਕਿਨ ਜਿਹੜੀਆਂ ਬਾਕੀ ਹਜ਼ਾਰਾਂ ਦੇ ਹਿਸਾਬ ਨਾਲ ਮੈਡੀਸਿਨ ਪਈਆਂ ਉਹਦਾ ਕਿਉਂ ਨਹੀਂ ਕੋਈ ਗੱਲ ਕੀਤੀ ਵਿੱਚ ਜਿਹੜੀ ਹੈਗੀ ਹੈ। ਠੀਕ ਹੈ, ਉਹਨਾਂ ਨੂੰ ਪਬਲਿਸਿਟੀ ਵੀ ਮਿਲ ਗਈ, ਚਲੋ ਪੁਆਇੰਟ ਵੀ ਰੀਜ਼ ਹੋ ਗਿਆ ਨਾਲ, ਦੋਨੇ ਗੱਲਾਂ ਵਿੱਚ ਹੋ ਗਈਆਂ। ਮੈਂ ਕਹਿੰਦਾ ਵੀ ਉਹਨਾਂ ਦਾ ਚਲੋ ਉਹਨਾਂ ਦੀ ਚੰਗਿਆਈ ਵੀ ਮੈਂ ਕਹਾਂਗਾ ਵੀ ਜਿਸ ਤਰ੍ਹਾਂ ਵੀ ਹੈਗੀ ਹੈ, ਚਾਹੇ ਉਹ ਇਨਕੰਪਲੀਟ ਹੈ ਲੇਕਿਨ ਹੈ ਤਾਂ ਸਹੀ ਨਾ, ਕੁਝ ਗੱਲ ਤਾਂ ਕੀਤੀ ਕਿਸੇ ਬੰਦੇ ਨੇ। ਮਤਲਬ ਜੇ ਅੱਜ ਉਹਨਾਂ ਨੂੰ ਥ੍ਰੈਟ ਮਿਲ ਰਹੇ ਨੇ ਜਾਂ ਇਲਜ਼ਾਮ ਲੱਗ ਰਹੇ ਨੇ, ਬੰਦੇ ਨੇ ਇਲਜ਼ਾਮ ਲੈਣ ਦੀ ਕੋਸ਼ਿਸ਼ ਕੀਤੀ, ਉਹਦੇ ਦਿਮਾਗ 'ਚ ਵੀ ਹੋਊਗਾ ਜਿੱਧਰ ਮੈਂ ਇਹ ਕੁਝ ਬੋਲਾਂਗਾ ਉਹ ਮੇਰੇ ਨਾਲ ਕਿਵੇਂ ਹੋਊਗੀ। ਜਿਵੇਂ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਜਦੋਂ ਆਪਣੀ ਕਿਤੇ ਗੱਲ ਹੋਈ ਹੈ ਸੋਸ਼ਲ ਮੀਡੀਆ 'ਤੇ ਮੈਂ ਕਹਿੰਦਾ ਹੋਣਾ ਕਿ ਮੇਰੀ ਵੀ 25 ਵਾਰ ਟ੍ਰਾਂਸਫਰ ਹੋਈ, ਮੈंने ਕੋਈ ਪੁਆਇੰਟ ਹੀ ਰੇਜ਼ ਕੀਤੇ ਸੀਗੇ। ਬਿਲਕੁਲ ਠੀਕ ਹੈ, ਜਾਂ ਸਰਕਾਰ ਕਹਿੰਦੇ ਵੀ ਡਾਕਟਰ ਮਲਤਾਨੀ ਨੇ ਚੋਰੀ ਕੀਤੀ ਸੀ, ਉਹਨੇ ਕਹਾ ਮੇਰੇ ਸਾਹਮਣੇ ਆ ਜਾਓ, ਤੁਸੀਂ ਪ੍ਰੂਵ ਕਰ ਦਿਓ। ਠੀਕ ਹੈ ਕਿ ਤੁਸੀਂ ਡਾਕਟਰ ਮਲਤਾਨੀ ਨੇ ਕੋਈ ਚੋਰੀ ਕੀਤੀ ਸੀ ਤਾਂ ਤੁਸੀਂ ਬਦਲੀ ਕੀਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਬਦਲੀ ਕੀਤੀ ਹੈ ਕਿ ਡਾਕਟਰ ਮਲਤਾਨੀ ਨੇ ਪੁਆਇੰਟ ਰੇਜ਼ ਕੀਤਾ ਸੀਗਾ। ਤਾਂ ਇਸ ਕਰਕੇ ਜੇ ਅੱਗੇ ਆਣਾ ਤਾਂ ਥੋੜਾ ਜਿਹਾ ਤਾਂ ਆਪਾਂ ਨੂੰ ਮਾੜਾ ਮੋਟਾ ਤਾਂ ਕੁਝ ਗੱਲ ਤਾਂ ਸਹਿਨ ਕਰਨੀ ਪਏਗੀ ਨਾ ਵਿੱਚ ਜਿਹੜੀ। ਜਿਵੇਂ ਕਿ ਸਿਆਣਿਆਂ ਨੇ ਵੀ ਕਿਹਾ ਕਿ 100 ਚੋਰਾਂ ਦੇ ਵਿੱਚ ਜਿਹੜੇ ਹੈਗੇ 2 ਇਮਾਨਦਾਰ ਬੰਦਿਆਂ ਨੂੰ ਕੰਮ ਕਰਨਾ ਬੜਾ ਔਖਾ ਹੈ। ਲੱਗਦਾ ਕਿਤੇ ਨਾ ਕਿਤੇ ਡਾਕਟਰ ਜਿਵੇਂ ਡਾਕਟਰ ਦਲੇਰ ਸਿੰਘ ਮੁਲਤਾਨੀ ਜਾਂ ਬਲਜਿੰਦਰ ਸਿੰਘ ਜਿੰਦੂ ਆ, ਉਹੀ ਕੁਝ ਹੋ ਰਿਹਾ ਅੱਜ? ਉਹ ਕੁਝ ਹੋ ਰਿਹਾ, ਇਸੇ ਤਰ੍ਹਾਂ ਸਟੋਰੀ ਬਣਨੀ ਹੈ ਨਾ ਫਿਰ ਸਟੋਰੀ, ਕਿਉਂਕਿ ਉਸਨੇ ਭਾਵੇਂ ਦੇਖੋ ਉਸਨੇ ਕੁਝ ਮੈਡੀਸਿਨ ਨੂੰ ਲੈ ਕੇ ਤਾਂ ਗੱਲ ਜਿਹੜੀ ਸਾਰਿਆਂ ਦੇ ਸਾਹਮਣੇ ਲਾਉਂਦੀ ਹੈ, ਪਰ ਹੈ ਤਾਂ ਇਹ ਨੈਕਸਸ ਹੈ। ਇਹ ਚੋਰ ਕੁੱਤੀ ਵਾਲੀ ਕਹਾਵਤ ਤਾਂ ਬਿਲਕੁਲ 100% ਫਿੱਟ ਹੋਣੀ ਹੈ ਨਾ ਕਿ ਉਹਦੇ ਵਿੱਚ ਕੌਣ ਹੈ ਜਿਹੜਾ ਇਹ 2500 ਵਾਲੀ ਮੈਡੀਸਿਨ ਤੇ 400 ਦੇ ਦਿੰਦਾ, ਵਿਚਕਾਰ ਕੌਣ ਹੈ? ਇਹ ਗੱਲ ਤਾਂ ਫਿਰ ਸਾਹਮਣੇ ਆਣੀ ਨੇ ਵਿੱਚ। ਉਹਦੇ ਚ ਸਭ ਤੋਂ ਵੱਡਾ ਸਰਕਾਰ ਹੀ ਸਭ ਤੋਂ ਵੱਡੀ ਚੋਰ ਹੈ ਵਿੱਚ। ਠੀਕ ਹੈ, ਹੁਣ ਇਹ ਜਿਹੜਾ ਦਵਾਈਆਂ ਦੀ ਲੁੱਟ ਹੋ ਰਹੀ ਹੈ ਗਰੀਬ ਲੋਕਾਂ ਦੀ, ਕਿਸ ਤਰ੍ਹਾਂ ਰੁਕੀ ਜਾ ਸਕਦੀ ਹੈ? ਕਿ ਇਹਦੇ 'ਚ ਜਿਹੜੇ ਹੁਣ ਮੈਡੀਕਲ ਸਟੋਰਾਂ ਵਾਲੇ ਰੌਲਾ ਪਾ ਰਹੇ ਆ ਕਿ ਇਹ ਬਲਜਿੰਦਰ ਸਿੰਘ ਜਿੰਦੂ ਤੇ ਜਿਹੜੇ ਹੈਗੇ ਥ੍ਰੈਟ ਵੀ ਆ ਰਹੇ ਆ, ਕਿ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਰੇਟ ਜਿਹੜੀ ਉਹਨਾਂ ਨੂੰ 100 ਰੁਪਏ ਦੀ ਦਵਾਈ ਮਿਲਦੀ ਆ ਉਹ 150 ਦੀ ਵੇਚ ਦੇਣ, 180 ਦੀ ਵੇਚ ਦੇਣ, ਉਹ 500 ਦੀ 700 ਦੀ ਜਿਹੜੀ ਵੇਚ ਰਿਹਾ। ਇਸੇ ਕਰਕੇ ਮੋਦੀ ਖਾਨਾ ਖੋਲ੍ਹਣਾ ਪਿਆ। ਕੀ ਲੱਗਦਾ ਕਿ ਤੁਹਾਨੂੰ ਸਰਕਾਰ ਨੂੰ ਜਾਂ ਮੈਡੀਕਲ ਸਟੋਰ ਵਾਲਿਆਂ ਨੂੰ ਜਿਹੜੀ ਹੈ ਕਿ ਕਿਤੇ ਨਾ ਕਿਤੇ ਇਮਾਨਦਾਰੀ ਦਿਖਾਉਣ ਦੀ ਲੋੜ, ਅੱਗੇ ਆਉਣ ਦੀ ਲੋੜ? ਨਹੀਂ ਦੇਖੋ, ਇਸ ਤਰ੍ਹਾਂ ਹੈਗਾ ਕਿ ਬਿਜ਼ਨਸ ਦਾ ਕਹਿੰਦੇ ਬਿਜ਼ਨਸ ਦਾ ਇੱਕ ਰੂਲ ਵੀ ਬਣਿਆ ਹੁੰਦਾ ਵਿੱਚ। ਠੀਕ ਹੈ, ਹਰ ਬਿਜ਼ਨਸ ਦਾ ਰੂਲ ਹੈਗਾ ਵਿੱਚ। ਤੁਸੀਂ ਇਹਨਾਂ ਦੀ ਗੱਲ, ਆਪਾਂ ਹੁਣ ਮੈਡੀਸਿਨ ਦੀ ਗੱਲ ਕੀਤੀ ਹੈ, ਤੁਸੀਂ ਦੇਖਿਆ ਜਦੋਂ ਕਿਤੇ ਤਿਉਹਾਰ ਆਉਂਦੇ ਆ ਤੇ ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹ ਲੱਖ 2-2 ਲੱਖ ਰੁਪਏ ਸਸਤੀਆਂ ਹੋ ਜਾਂਦੀਆਂ। ਇੱਥੇ ਤਾਂ 200,000 ਜਾਂ 500 ਦੀ ਗੱਲ ਹੋ ਰਹੀ ਹੈ, ਉੱਥੇ ਤਾਂ ਲੱਖਾਂ ਦੀ ਗੱਲ ਹੋਣ ਲੱਗ ਜਾਂਦੀ ਹੈ। ਤੇ ਫਿਰ ਬਿਜ਼ਨਸ ਦੀ ਜਿਹੜੀ ਹੈਗੀ ਨੈਤਿਕਤਾ ਹਰ ਇੱਕ ਬੰਦੇ ਨੂੰ ਚਾਹੀਦੀ ਹੈ, ਕੱਪੜੇ ਵੇਚਣ ਵਾਲੇ ਨੂੰ ਵੀ ਚਾਹੀਦੀ ਹੈ,
ਗੱਡੀਆਂ ਵੇਚਣ ਵਾਲੇ ਨੂੰ ਵੀ ਚਾਹੀਦੀ ਹੈ, ਡੀਜ਼ਲ ਜਿਹੜਾ ਹੈਗਾ ਸੀਮੈਂਟ ਸਮਰੀ ਜਿਹੜੀ ਹੈਗੀ ਉਸ ਨੂੰ ਵੇਚਣ ਵਾਸਤੇ ਵੀ ਚਾਹੀਦੀ ਹੈ। ਸੋ ਇਹ ਜਿਹੜੀ ਆਪਾਂ ਨੈਤਿਕ ਦੀ ਗੱਲ ਕਰ ਰਹੇ ਹਾਂ, ਕਿਉਂਕਿ ਇਹਦੀ ਕੋਈ ਡੈਫੀਨੇਸ਼ਨ ਨਹੀਂ ਨਾ ਡਾਇਰੈਕਟ ਬਣਨੀ। ਨਹੀਂ, ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਹੈ, ਜਿਹੜਾ ਲੋਕਾਂ ਦੀ ਇੱਕ ਗਰੀਬ ਬੰਦਾ ਹੈ ਉਹਨੂੰ ਮੰਨ ਲਓ ਕੈਂਸਰ ਹੋ ਗਿਆ, ਕੁਝ ਹੋ ਗਿਆ, ਮੰਨ ਵੀ ਲਿਆ ਆਪਾਂ ਸਿਹਤ ਦੀ ਗੱਲ, ਕਿਉਂਕਿ ਸਿਹਤ ਦਾ ਪ੍ਰੋਬਲਮ ਇਹ ਹੈਗੀ ਹੈ ਕਿ ਸਾਡਾ ਜਿਹੜਾ ਡਿਪਾਰਟਮੈਂਟ ਹੈ ਨਾ, ਇਹ ਥੋੜਾ ਬਹੁਤ ਸੌਖਾ ਜਿਹਾ ਟਾਰਗੇਟ ਹੈ। ਤੁਸੀਂ ਆਪੇ ਹਿਸਾਬ ਲਾ ਕੇ ਦੇਖੋ ਕਿੰਨੇ ਰੁਪਏ ਆਪਾਂ ਪੁਲਿਸ ਸਟੇਸ਼ਨ ਜਾ ਕੇ ਦੇਖ ਕੇ ਆਉਂਦੇ ਹਾਂ, ਕਿੰਨੇ ਰੁਪਏ ਜਿਹੜੇ ਹੈਗੇ ਨੇ ਆਪਾਂ DC ਆਫਿਸ ਚਲੇ ਜਾਈਏ, ਤਹਿਸੀਲਦਾਰ ਦਫ਼ਤਰ 'ਚ ਚਲੇ ਜਾਈਏ, SDM ਆਫਿਸ 'ਤੇ ਚਲੇ ਜਾਈਏ, ਜਿਹੜੇ ਇੱਥੇ ਸਟੇਟ ਦੇ ਹੈੱਡਕੁਆਟਰ ਦੇ ਆਫਿਸਿਸ ਹੈਗੇ ਨੇ ਉੱਥੇ ਕਿੰਨੇ ਪੈਸੇ ਲੱਗਦੇ, ਬਿਜਲੀ ਦਾ ਕਨੈਕਸ਼ਨ ਲਵਾਉਣ ਲੱਗਿਆ ਕਿੰਨੇ ਪੈਸੇ ਲੱਗਦੇ, ਪਾਣੀ ਦਾ ਕਨੈਕਸ਼ਨ ਲਵਾਉਣ ਲੱਗਿਆ ਕਿੰਨੇ ਪੈਸੇ ਲੱਗਦੇ ਆ ਵਿੱਚ। ਸੋ ਮੇਰਾ ਐਕਚੁਅਲੀ ਕਹਿੰਦਾ ਮਤਲਬ ਮੈਂ ਇਸ ਕਰਕੇ ਇਹਨੂੰ ਜਸਟੀਫਾਈ ਨਹੀਂ ਕਰਿਆ ਵੀ ਇਸ ਕਰਕੇ ਹੈਲਥ ਡਿਪਾਰਟਮੈਂਟ ਵੀ ਕਰਦਾ ਰਹੇ, ਪਰ ਹੈਲਥ ਡਿਪਾਰਟਮੈਂਟ ਦਾ ਸੌਖਾ ਟਾਰਗੇਟ ਬਹੁਤ ਹੈ। ਅਸੀਂ ਹਮੇਸ਼ਾ ਹੀ ਇਹ ਦੇਖਿਆ ਕਿ ਜਿਹੜਾ ਹੈਲਥ ਡਿਪਾਰਟਮੈਂਟ ਆ ਉਸ ਨੂੰ ਨਾ ਛੇਤੀ ਨਾਲ ਹੀ ਕਾਬੂ ਆ ਜਾਂਦਾ ਹੈ, ਕਿਉਂਕਿ ਇੱਕ ਤਾਂ ਇਹ ਹੈਗਾ ਇਹ ਹੈਲਥ ਕਿਸੇ ਦੀ ਬੰਦੇ ਦੀ ਸਿਹਤ ਨਾਲ ਸੰਬੰਧਿਤ ਇਸ਼ੂ ਹੈ। ਸਿਹਤ ਖਰਾਬ ਹੁੰਦੀ ਹੈ ਤਾਂ ਆਪਾਂ ਨੂੰ ਦੁੱਖ ਬਹੁਤ ਹੁੰਦਾ, ਆਪਣੀ ਗੱਡੀ ਗੁੱਡੀ ਖਰਾਬ ਹੋ ਜਾਵੇ ਨਾ ਆਪਾਂ ਨੂੰ ਜ਼ਿਆਦਾ ਦੁੱਖ ਬਿਲਕੁਲ ਹੁੰਦਾ। ਚਲੋ ਮੱਝ ਗਾਂ ਵੀ ਵਿੱਚੋਂ ਚਲੀ ਜਾਵੇ ਤਾਂ ਕਹਿੰਦੇ ਆਪਾਂ ਨਵੀਂ ਖਰੀਦ ਲਿਆਵਾਂਗੇ ਵਿੱਚੋਂ, ਜਾਂ ਕੋਈ ਟੁੱਟ ਭੱਜ ਹੋ ਜਾਵੇ ਤਾਂ ਨਵੀਂ ਕਰ ਲਾਂਗੇ। ਲੁੱਟ ਖਸੁੱਟ ਤਾਂ ਉੱਥੇ ਵੀ ਬਹੁਤ ਹੈ, ਪਰ ਇੱਥੇ ਵਾਲੀ ਕਿਉਂਕਿ ਸਰੀਰ ਨਾਲ ਸੰਬੰਧਿਤ ਹੈ ਕਿ ਇੱਕ ਵਾਰੀ ਤੁਹਾਡੀ ਕੋਈ ਗਲਤੀ ਹੋ ਗਈ ਨਾ ਫਿਰ ਵਾਪਸ ਨਹੀਂ ਆਣੀ, ਬਿਲਕੁਲ ਹੈ ਨਾ। ਇਸ ਕਰਕੇ ਮੈਂ ਵੀ ਜਿਹੜੀ ਤੁਸੀਂ ਗੱਲ ਕਹੀ ਹੈ ਇਸ ਗੱਲ ਦੇ ਨਾਲ ਮੇਰੀ ਸਹਿਮਤੀ ਹੈ ਕਿ ਹੈਲਥ ਨਾਲ ਰਿਲੇਟਡ ਜਿਹੜਾ ਸਟਾਫ ਹੈ ਉਹ ਥੋੜਾ ਜਿਹਾ ਉਹਦੇ 'ਚ ਜਿਹੜੀ ਆਪਾਂ ਕਹਿੰਦੇ ਮਾਨਤਾ ਵਾਲੀ ਗੱਲ ਹੁੰਦੀ ਹੈ ਉਹ ਥੋੜੀ ਜ਼ਿਆਦਾ ਹੋਣੀ ਚਾਹੀਦੀ ਬਾਕੀ ਦੇ ਮੁਕਾਬਲੇ 'ਚ। ਕਰਦੇ ਆ ਲੋਕ ਕੰਪੇਅਰ ਕਰਦੇ ਆ, ਮੈਂ ਉਸ ਗੱਲ ਦੇ ਨਾਲ ਮੇਰੀ ਸਹਿਮਤੀ ਨਹੀਂ, ਪਰ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਕਿ ਲੁੱਟ ਖਸੁੱਟ ਤਾਂ ਹਰ ਥਾਂ ਹੀ ਹੈ, ਪਰ ਮੈਂ ਆਪਣੇ ਹੈਲਥ ਡਿਪਾਰਟਮੈਂਟ ਨੂੰ ਬਾਕੀ ਡਿਪਾਰਟਮੈਂਟ ਦੇ ਨਾਲ ਕੰਪੇਅਰ ਨਹੀਂ ਕਰ ਸਕਦਾ। ਮੈਂ ਇਹ ਗੱਲ ਚਾਹਾਂਗਾ ਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਹੈਲਥ ਜਿਹੜੀ ਹੈਗੀ ਹੈ ਇੱਥੇ ਆਪਾਂ ਨੂੰ ਜ਼ਿਆਦਾ ਅਫਸਰੀ ਝਾੜਨ ਦੀ ਜ਼ਰੂਰਤ ਨਹੀਂ ਹੁੰਦੀ, ਇੱਥੇ ਆਪਾਂ ਨੂੰ ਸੋਸ਼ਲ ਸਰਵਿਸ ਕਰਨ ਵਾਲੀ ਜ਼ਰੂਰਤ ਹੁੰਦੀ ਹੈ, ਕਿਉਂਕਿ ਮਰੀਜ਼ ਦੇ ਨਾਲ ਆਪਾਂ ਨੂੰ ਨਾ ਥੋੜਾ ਸੌਫਟ ਢੰਗ ਦੇ ਨਾਲ ਗੱਲ ਕਰਨੀ ਪਏਗੀ। ਆਪਾਂ ਕੋਈ ਅਫਸਰ ਹੀ ਨਹੀਂ ਚੜਾ ਸਕਦੇ ਜੇ ਆਪਾਂ ਕਹਿੰਦੇ ਡਾਕਟਰ ਹਾਂ ਤੇ ਇਸ ਕਰਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਮੈਂ ਤਾਂ ਗਜ਼ਟਡ ਅਫਸਰ ਹਾਂ। ਨਹੀਂ, ਮੈਂ ਗਜ਼ਟਡ ਅਫਸਰ ਨਹੀਂ ਹੈ, ਗਜ਼ਟਡ ਅਫਸਰ ਸਿਰਫ ਮੇਰਾ ਰੈਂਕ ਹੈ। ਮੇਰਾ ਕੰਮ ਤਾਂ ਇੱਕ ਬਹੁਤ ਹੀ ਮਾਂ ਪਿਓ ਜੈਸਾ ਹੈਗਾ, ਭੈਣ ਭਰਾ ਜੈਸਾ ਹੈਗਾ, ਬੰਦੇ ਨਾਲ ਗੱਲ ਕੀਤੀ ਹੈ ਉਹਨੂੰ ਗੱਲ ਸਮਝਾਈ ਹੈ ਜਿਵੇਂ ਆਪਾਂ ਘਰ ਬੈਠ ਕੇ ਗੱਲ ਸਮਝਾਉਂਦੇ ਹਾਂ। ਸੋ ਇਹ ਅੱਜ ਇਹ ਵੀ ਇੱਕ ਮਾਨਸਿਕਤਾ ਨਾ ਸਾਡੇ 'ਚ ਖਾਸ ਕਰਕੇ ਡਾਕਟਰਾਂ ਦੇ ਵਿੱਚ ਆ ਗਈ ਕਿ ਮੈਂ ਗਜ਼ਟਡ ਅਫਸਰ ਹਾਂ ਜੀ। ਗਜ਼ਟਡ ਅਫਸਰ ਸਿਰਫ ਇੱਕ ਰੈਂਕ ਹੈ, ਠੀਕ ਹੈ, ਰੈਂਕ ਤੁਸੀਂ ਇੰਜੋਏ ਕਰੋ, ਲੇਕਿਨ ਕੰਮ ਤਾਂ ਸੋਸ਼ਲ ਵਰਕਰ ਦੇ ਤੌਰ 'ਤੇ ਭੈਣ ਭਰਾ ਦੇ ਤੌਰ 'ਤੇ ਮੈਂ ਇੱਕ ਵਰਡ ਯੂਜ਼ ਕਰਦਾ ਨਾ ਕਿ ਜਦੋਂ ਮਰੀਜ਼ ਤੁਹਾਡੇ ਹਸਪਤਾਲ ਦੇ ਅੰਦਰ ਐਂਟਰ ਕਰ ਜਾਂਦਾ ਨਾ ਉਦੋਂ ਉਸਦੇ ਚਾਚੇ ਤਾਏ ਮਾਮੇ ਨਾਨੇ ਤੁਸੀਂ ਹੋ। ਬਿਲਕੁਲ, ਮੇਰਾ ਕਹਿੰਦਾ ਮਤਲਬ ਹੈਗਾ ਵੀ ਸਾਰਾ ਕੁਝ ਤੁਸੀਂ ਹੋ। ਹੁਣ ਇਹ ਦੇਖਣਾ ਹੈ ਵੀ ਤੁਸੀਂ ਉਹਨਾਂ ਨੂੰ ਠੱਗਣਾ ਹੈ ਕਿ ਉਹਨਾਂ ਨੂੰ ਉਹੀ ਗੱਲਾਂ ਨਹੀਂ ਹੈ ਫਿਰ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਆਪਾਂ ਕੁਝ ਗਾਈਡ ਕਰਨਾ ਹੈ ਜਾਂ ਉਸ ਦੀ ਮਦਦ ਕਰਨੀ ਹੈ। ਸੋ ਇਹ ਸਟੋਰੀ ਤਾਂ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦਵਾਈਆਂ ਦਾ ਜਿਹੜਾ ਵਿੱਚ ਦਾ ਗੈਪ ਆਪਾਂ ਗੱਲ ਕਰ ਰਹੇ ਸੀਗੇ ਵੀ 2500 ਵਾਲੀ ਦਵਾਈ 400 ਨੂੰ ਦੱਸਿਓ ਨਾ 409 ਰੁਪਏ ਨੂੰ, ਜਿਹੜੇ ਵਿੱਚ ਵਾਲਾ ਗੈਪ ਦੀ ਗੱਲ ਕਰ ਰਹੇ ਸੀ ਆਪਾਂ ਪੈਸੇ ਦੀ 2000 ਸਮਥਿੰਗ ਦੀ, ਤੇ ਉਹ ਪੈਸਾ ਕਿੱਥੇ ਜਾਂਦਾ ਹੈ? ਕਿਉਂਕਿ ਆਮ ਤੌਰ ਤੇ ਡਾਕਟਰਾਂ ਤੇ ਵੀ ਜਿਹੜੇ ਹੈਗੇ ਆ ਚਾਹੇ ਸਰਕਾਰੀ ਹਸਪੀਟਲ ਦੇ ਹੋਣ ਪ੍ਰਾਈਵੇਟ ਦੇ ਹੋਣ ਉਹਨਾਂ ਤੇ ਵੀ ਆਰੋਪ ਲੱਗਦੇ ਕਿ ਕਮਿਸ਼ਨ ਕੀਤਾ ਹੁੰਦਾ ਨਾ ਦਵਾਈਆਂ ਦੇ ਵਿੱਚ, ਤੇ ਉਹੀ ਕੰਪਨੀ ਦੀ ਲਿਖਦੇ ਆ ਜਿਹੜੀ ਇਹਨਾਂ ਨੂੰ ਕਮਿਸ਼ਨ ਵੱਧ ਦਿੰਦੀ ਆ। ਕਿਤੇ ਨਾ ਕਿਤੇ ਕੀ ਲੱਗਦਾ ਕਿ ਇਹ ਵੀ ਡਾਕਟਰਾਂ ਦਾ ਵੀ ਵਿੱਚ ਰੋਲ ਆ ਰਿਹਾ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ ਜਿਸ ਤੱਕ ਕਮਿਸ਼ਨ ਹੈ ਇਹ ਇੱਕ ਨੋਰਮ ਬਣ ਚੁੱਕਿਆ ਹੋਇਆ ਹੈ, ਮੈਂ ਇਸ ਗੱਲ ਤੋਂ ਨਹੀਂ ਮੁਕਰਦਾ ਵਿੱਚ ਜਿਹੜੀ ਹੈਗੀ। ਸੋ ਇਹ ਨਾ ਇੱਕ ਐਕਸੈਪਟੇਬਲ ਜਿਹਾ ਨੋਰਮ ਬਣ ਗਿਆ ਜਿਵੇਂ ਵੀ ਆਹ ਕੰਮ ਹੋਣਾ ਜੀ ਇਸ ਕਰਕੇ ਆਹ ਕੰਮ ਤਾਂ ਕਰਨਾ ਹੀ ਪੈਣਾ ਵਿੱਚ ਜਿਹੜੀ ਹੈਗੀ ਹੈ, ਲੇਕਿਨ ਜਸਟੀਫਾਈਡ ਨਹੀਂ ਹੈ। ਜਸਟੀਫਾਈਡ ਇਸ ਕਰਕੇ ਨਹੀਂ ਹੋਣਾ ਕਿ ਜਿਹੜੀ ਆਪਾਂ 2500 ਦਾ ਜਿਹੜਾ ਵਿੱਚ ਉੱਤੇ ਸਟੈਂਪ ਲਾ ਕੇ ਤੇ ਆਪਾਂ ਕੈਮਿਸਟ ਵਾਲੇ ਨੇ ਇਹਨਾਂ ਵਿੱਚ ਲਿਆ, ਠੀਕ ਹੈ, ਡਾਕਟਰ ਨੇ ਲੈ ਲਿਆ ਜਾਂ ਦੂਜੇ ਤੀਜੇ ਬੰਦੇ ਨੇ ਵਿੱਚ ਲੈ ਲਿਆ, ਵਿੱਚ ਜੋ ਵੀ ਹੈਗਾ ਸਰਕਾਰ ਨੇ ਲੈ ਲਿਆ, ਅਫਸਰਾਂ ਨੇ ਲੈ ਲਿਆ, ਕਿਵੇਂ ਵੀ ਲੈ ਲਿਆ, ਉਹਦੇ ਵਾਸਤੇ ਫਿਰ ਗਲਤ ਜ਼ਿੰਮੇਵਾਰੀ ਸਰਕਾਰ ਦੀ ਬਣਨੀ ਨਾ। ਜੇ ਉਸ ਦੇ ਉੱਤੇ ਰੇਟ ਹੀ ਸਹੀ ਢੰਗ ਦੇ ਨਾਲ ਜਿਹੜੀ ਹੈਗੀ ਆ ਵੀ ਇਹ ਜਿਹੜੀ ਸਾਲਟ ਹੈਗਾ ਇਸ ਨੂੰ ਬਣਾਉਣ ਵਿੱਚ, ਫਿਰ ਇਸ ਨੂੰ ਪੈਕਿੰਗ ਕਰਨ ਵਿੱਚ, ਇਸ ਦੀ ਕੁਆਲਿਟੀ ਮੇਨਟੇਨ ਕਰਨ ਵਿੱਚ, ਇਸ ਨੂੰ ਟਰਾਂਸਪੋਰਟ ਕਰਨ ਵਿੱਚ, ਇਹਨੂੰ ਐਂਡ ਤੱਕ ਪਹੁੰਚਾਉਣ 'ਚ ਕਿੰਨੇ ਪੈਸੇ ਖਰਚ ਹੁੰਦੇ ਆ, ਉਹਦਾ ਬਣਾ ਕੇ ਉਹਦਾ ਕੋਈ ਰੇਟ ਆਪਾਂ ਫਿਕਸ ਕੀਤਾ ਹੁੰਦਾ ਤਾਂ ਆਪਾਂ ਨੂੰ ਮੇਰੇ ਖਿਆਲ ਸੌਖਾ ਹੋ ਜਾਂਦਾ। ਜਿਵੇਂ ਹੁਣ ਆਪਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ MSP ਦੀ ਗੱਲ ਕੀਤੀ ਸੀ ਕਿਸਾਨ ਵਾਸਤੇ, ਹੈ ਨਾ। ਹੁਣ ਕਿਸਾਨ ਤਾਂ ਰੋਈ ਜਾ ਰਿਹਾ ਕਿ ਮੇਰਾ ਪੈਸਾ ਖਰਚ ਹੋ ਰਿਹਾ ਜ਼ਿਆਦਾ ਤਾਂ ਮੈਨੂੰ ਤਾਂ ਘੱਟ ਮਿਲ ਰਿਹਾ। ਇੱਧਰਲੇ ਪਾਸੇ ਕੀ ਹੋਇਆ ਉਲਟਾ ਕਿ ਪੈਸਾ ਘੱਟ ਖਰਚ ਹੋ ਰਿਹਾ ਮਿਲ ਜ਼ਿਆਦਾ ਰਿਹਾ ਹਾਂ। ਤੇ ਇਹਦਾ ਮਤਲਬ ਫਿਰ ਤਾਂ ਇਹ ਜਿਹੜੀ ਹੈਗੀ ਹੈ ਅਲਟੀਮੇਟਲੀ ਪੰਜਾਬ ਦੇ ਵਿੱਚ ਤਾਂ 70% ਹੈ ਹੀ ਕਿਸਾਨ ਹੈ। ਬਿਲਕੁਲ, ਮਜ਼ਦੂਰ ਆਪਣੀ ਮਜ਼ਦੂਰੀ ਤੋਂ ਰੋ ਰਿਹਾ। ਇਹਦਾ ਮਤਲਬ ਕਿ ਉਹ ਕਮਾ ਘੱਟ ਰਿਹਾ, ਖਰਚ ਜ਼ਿਆਦਾ ਕਰਨਾ ਪੈ ਰਿਹਾ। ਚਾਹੀਦਾ ਉਲਟਾ ਹੈ ਬਿਲਕੁਲ ਕਿ ਮਜ਼ਦੂਰ ਨੂੰ ਪੈਸੇ ਮਿਲਣ, ਬਿਲਕੁਲ, ਹੈ ਨਾ, ਕਿਸਾਨ ਨੂੰ ਪੈਸੇ ਮਿਲਣ।
ਕਿਸਾਨ ਜਿਹੜਾ ਹੈਗਾ ਜਿਹਨੂੰ ਬਹੁਤ ਹੱਥੀਂ ਮਿਹਨਤ ਕਰਨੀ ਪੈਂਦੀ ਹੈ। ਅੱਜ ਹੁਣ ਤੁਸੀਂ ਦੇਖੋ ਕਿ ਬਾਹਰ ਕਿੰਨੇ ਡਿਗਰੀ ਟੈਂਪਰੇਚਰ ਹੈ। ਬਿਲਕੁਲ। ਤੇ ਲੋਕ ਜਿਹੜੇ ਹੈਗੇ ਨੇ ਉਹ ਪਨੀਰੀ ਲਾਉਣ ਲੱਗੇ ਹੋਏ ਆ। ਬਿਲਕੁਲ। ਹਾਂ, ਇੰਨੇ ਹੀਟ ਦੇ ਵਿੱਚ ਵੀ ਲੱਗੇ ਹੋਏ ਆ। ਇੱਧਰ ਏਸੀ ਵਾਲੇ ਕਮਰਿਆਂ 'ਚ ਆਪਾਂ ਬੈਠੇ ਹੋਏ ਆ ਸਾਰੇ, ਤੇ ਚਾਹੀਦਾ ਆਪਾਂ ਨੂੰ 5 ਰੁਪਏ, ਮਿਲ ਰਹੇ ਆਪਾਂ ਨੂੰ 25। ਨਹੀਂ, ਮੈਂ ਇੱਕ ਅੰਕੜੇ ਦੇਖ ਰਿਹਾ ਸੀਗਾ 40 ਸਾਲਾਂ ਦੇ ਵਿੱਚ ਕਿਸਾਨਾਂ ਦੇ ਜਿਹੜੀ ਹੈਗੀ ਆਮਦਨ ਦੇ ਵਿੱਚ 19% ਵਾਧਾ ਹੋਇਆ 40 ਸਾਲਾਂ ਦੇ ਵਿੱਚ, ਤੇ ਮੁਲਾਜ਼ਮ ਆ ਜਿਹੜੇ ਹੋਰ ਆ ਉਹਨਾਂ ਦੇ 200 ਤੋਂ ਵੱਧ ਜਿਹੜਾ ਹੈਗਾ 200 ਤੋਂ ਵੱਧ ਫੀਸਦੀ ਵਾਧਾ ਹੋਇਆ ਇਨਕਮ ਦੇ ਵਿੱਚ। ਉਹਦੇ 'ਚ ਵੀ ਸੈਂਸਰ ਮੈਂ ਇਹ ਗੱਲ ਕਹਾਂਗਾ ਕਿ ਟੌਪ ਦਾ ਹੀ ਵਾਧਾ ਹੁੰਦਾ ਜ਼ਿਆਦਾ। ਬਿਲਕੁਲ। ਥੱਲੇ ਵਾਲਾ ਜਿਹੜਾ ਕਲਾਸ 4 ਹੈ ਉਹ ਪਲੱਸ ਜਿਹੜਾ ਥੱਲੇ ਵਾਲਾ ਸਟਾਫ ਆਪਣਾ ਹੁਣ ਦੀ ਕੜੀ ਨਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਵਿੱਚ ਆਪਾਂ ਕੰਟਰੈਕਟ ਤੇ ਰੱਖ ਲੈਂਦੇ ਹਾਂ, ਉਹ ਤਾਂ ਵਿਚਾਰੇ ਐਕਸਪਲੋਇਟ ਹੋ ਗਏ ਕਿਉਂਕਿ ਉਹਨਾਂ ਨੂੰ ਤਾਂ 5000 7000 10000 ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਉਹ ਮਿਲ ਰਿਹਾ। ਉਹ ਵੀ ਬਰਾਬਰ ਦਾ ਹੀ ਧੱਕਾ ਹੋ ਰਿਹਾ, ਜਿਵੇਂ ਕਿਸਾਨ ਨਾਲ ਧੱਕਾ ਹੋ ਰਿਹਾ, ਜਿਵੇਂ ਮਜ਼ਦੂਰ ਨਾਲ ਧੱਕਾ ਹੋ ਰਿਹਾ, ਇਸੇ ਤਰ੍ਹਾਂ ਇਹ ਜਿਹੜਾ ਸਟਾਫ ਹੁਣ ਦੀ ਘੜੀ ਜਿਹਨੂੰ ਲੋਕ ਕੰਟਰੈਕਟ ਤੇ ਲਾਉਂਦੇ ਆ ਉਹਨਾਂ ਨਾਲ ਵੀ ਧੱਕਾ ਹੋ ਰਿਹਾ। ਔਰ ਖਾਸ ਕਰਕੇ ਜਿਹੜਾ ਸਾਡਾ ਬਿਲਕੁਲ ਥੱਲੇ ਵਾਲਾ ਸਟਾਫ ਹੈ ਉਹਦੇ ਨਾਲ ਤਾਂ ਬਿਲਕੁਲ ਹੀ ਧੱਕਾ ਹੋ ਰਿਹਾ। ਤੁਸੀਂ ਆਸ਼ਾ ਵਰਕ ਦੇਖ ਲਓ ਸਾਡੀਆਂ ਜਿਹੜੀਆਂ ਹੈਗੀਆਂ ਨੇ ਕਿੰਨੇ ਪੈਸੇ ਮਿਲਦੇ ਉਹਨਾਂ ਨੂੰ? ਕੁਝ ਵੀ ਨਹੀਂ। ਬਿਲਕੁਲ। ਦਿਹਾੜੀ ਮਿਲਦੀ ਹੈ, ਠੀਕ ਹੈ। ਔਰ ਨਾਰੇ ਅਸੀਂ ਲਾਉਂਦੇ ਹਾਂ ਬੇਟੀ ਬਚਾਓ ਬੇਟੀ ਪੜ੍ਹਾਓ, ਵੱਡੇ ਨਾਰੇ ਲਾ ਕੇ ਸੜਕਾਂ ਦੇ ਕਿਨਾਰੇ ਲਿਖਿਆ ਹੁੰਦਾ ਕਿ ਜੀ ਬੇਟੀ ਬਚਾਓ ਬੇਟੀ। ਜਿਹੜੀਆਂ ਬੇਟੀਆਂ ਸਾਡੀਆਂ ਜਿਹੜੀਆਂ ਭੈਣਾਂ ਨੌਕਰੀ ਕਰਦੀਆਂ ਉਹਨਾਂ ਨੂੰ ਤਾਂ ਕੁਝ ਮਿਲਦਾ ਉਹਨਾਂ ਤੋਂ 2000 3000 ਦੇ ਵਿੱਚ ਤੁਸੀਂ ਗੱਲ ਕਰਦੇ, ਉਹ ਵੀ ਜੇ ਉਹ ਦਿਹਾੜੀ ਕਰਨਗੀਆਂ ਤਾਂ ਵੈਸੇ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਨਾ ਵੀ ਗਵਰਨਮੈਂਟ ਨੌਕਰੀ ਵਾਲੇ ਮਸਤੀ ਮਾਰਦੇ ਨੇ, ਚੱਲ ਨਾ ਵੀ ਗਿਆ ਡਿਊਟੀ ਤੇ, ਚੱਲ ਆਪਾਂ ਗਵਰਨਮੈਂਟ ਨੌਕਰੀ ਵਾਲੇ ਤਾਂ ਮਾਰਦੇ ਹੀ ਆ ਮਸਤੀ। ਆ ਜਿਹੜੇ ਮਿਨਿਸਟਰ ਦੇਖ ਲਓ, MLA ਦੇਖ ਲਓ, ਇਹਦਾ ਬਿਨਾਂ ਕੰਮ ਕੀਤੇ ਠੱਗੀ ਮਾਰੀ ਜਾਂਦੇ ਆ। ਇਹਨਾਂ ਦੀ ਜਿਹੜੀ ਲੱਖਾਂ ਰੁਪਏ ਇਹਨਾਂ ਨੂੰ ਤਨਖਾਹ ਮਿਲਦੀ ਹੈ, ਕੰਮ ਕੀ ਕੀਤਾ ਇਹਨਾਂ ਨੇ? ਆ ਕਰੋਨਾ 'ਚ ਤਾਂ ਹੁਣ ਕੁਝ ਵੀ ਨਹੀਂ ਕੀਤਾ। ਇਹਨਾਂ ਦੀ ਤਨਖਾਹ ਕੱਟੀ ਜਾਣੀ ਚਾਹੀਦੀ ਮੇਰੇ ਹਿਸਾਬ ਨਾਲ। ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਨੂੰ ਵੀ ਇਹਨਾਂ ਦੀ ਤਨਖਾਹ ਕੱਟ ਲੈਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਸਾਡਾ ਜਿਹੜਾ ਨਾ ਥੱਲੇ ਵਾਲਾ ਸਟਾਫ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ 2500 ਦੇ ਵਿੱਚ ਕੌਣ ਹੈ? ਇਹ 2500 ਵਾਲੀ ਗੱਲ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਇਹ ਜੇ 550 ਹੁੰਦੀ ਤਾਂ ਸਾਨੂੰ ਅੱਜ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਸੀ। ਬਿਲਕੁਲ। ਉਹਦੇ ਰਿਵਰਸ ਦੇ ਵਿੱਚ ਜਿਹੜਾ ਜ਼ਿਮੀਂਦਾਰ ਦਾ MSP ਹੈਗਾ, ਉਹ ਕਹਿੰਦਾ ਕਿ ਮੇਰੀ ਮਿਹਨਤ ਹੋਈ ਹੈ, ਇੰਨਾ ਮੇਰਾ ਹੋਰ ਖਰਚਾ ਹੋਇਆ, ਬਿਜਲੀ ਤੇ ਹੋਇਆ, ਪਾਣੀ ਤੇ ਹੋਇਆ, ਖਾਦ ਤੇ ਹੋਇਆ, ਜਾਂ ਮੇਰੇ ਹੋਰ ਇਕਵਿਪਮੈਂਟ ਤੇ ਹੋਇਆ। ਉਹ ਜਿਹੜਾ ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਝਾੜੂ ਹੀ ਮਾਰੀ ਜਾਂਦਾ, ਸਭ ਤੋਂ ਗੰਦ 'ਚ ਕੰਮ ਤਾਂ ਉਹ ਕਰਦੇ ਆ ਤੇ ਸਭ ਤੋਂ ਘੱਟ ਤਨਖਾਹ ਉਹਨਾਂ ਨੂੰ ਮਿਲਦੀ ਹੈ। ਬਿਲਕੁਲ। ਕਿਸਾਨ ਜਿਹੜਾ ਹੈਗਾ ਬਿਜਲੀ ਜਿਹੜਾ ਹੈਗਾ ਇੰਨੇ 43 ਡਿਗਰੀ ਟੈਂਪਰੇਚਰ ਦੇ ਉੱਤੇ ਪਾਣੀ 'ਚ ਖੜਾ, ਗਾਰੇ 'ਚ ਭਿੱਜਿਆ ਪਿਆ, ਔਰ MSP ਉਸ ਨੂੰ ਨਹੀਂ ਮਿਲਣੀ। ਬਿਲਕੁਲ। ਇੰਪਲਾਈ ਜਿਹੜੇ ਹੈਗੇ ਥੱਲੇ ਜਿਹੜੇ ਕੰਟਰੈਕਟਰ ਤੇ ਰੱਖਦੇ ਆ ਨਾ, ਉਹਨਾਂ ਨੂੰ 5000 7000 10000 ਰੁਪਏ ਦੇ ਨਾਲ ਸਾਡੇ ਆ ਜਿਹੜੇ ਹੁਣ ਤੁਸੀਂ ਦੇਖੋ ਫਰੰਟ ਲਾਈਨ ਵਰਕਰ ਹੀ ਕਹਿੰਦੇ, ਮਤਲਬ ਤੁਸੀਂ ਕਹਿੰਦੇ ਆਪਾਂ ਇਹ ਹਾਰ ਜਾ ਪਾ ਕੇ ਤੇ ਆਪਾਂ ਸੋਚ ਸਕਦੇ ਹਾਂ ਵੀ ਇਹਦੇ ਨਾਲ ਤੁਹਾਡਾ ਤੁਸੀਂ ਜਿਹੜੇ ਕਰੋਨਾ ਵਾਰੀਅਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਤੋਂ ਫੁੱਲ ਜੇ ਵਰਸਾ ਕੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਘਰ ਭਰਨ ਲੱਗ ਜੂਗਾ? ਕਦੇ ਵੀ ਨਹੀਂ ਹੋਣਾ। ਤੇ ਡਾਕਟਰ ਸਾਹਿਬ ਆਪਾਂ ਹੁਣ ਅੰਤ ਕਰੀਏ ਇਸ ਗੱਲਬਾਤ ਦਾ। ਲਾਸਟ ਦੇ ਵਿੱਚ ਇੱਕ ਸਵਾਲ ਹੈਗਾ ਮੇਰਾ ਕਿ ਜਿਹੜੀ ਦਵਾਈਆਂ ਦੀ ਲੁੱਟ ਦਾ ਖੁਲਾਸਾ ਹੋਇਆ ਕਿ ਇੰਨੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਬਲਜਿੰਦਰ ਸਿੰਘ ਜਿੰਦੂ ਵੱਲੋਂ ਜੋ ਗੁਰੂ ਨਾਨਕ ਨਾਮ ਦੇ ਨਾਂ ਤੇ ਮੋਦੀਖਾਨਾ ਖੋਲ੍ਹਿਆ ਗਿਆ, ਇਹ ਲੁੱਟ ਹੋਰ ਕਿਸ ਤਰ੍ਹਾਂ ਰੋਕੀ ਜਾ ਸਕਦੀ? ਕਿਉਂਕਿ ਸਿਰਫ ਲੁਧਿਆਣੇ 'ਚ ਨਹੀਂ, ਪੂਰੇ ਪੰਜਾਬ 'ਚ, ਪੂਰੇ ਦੇਸ਼ ਦੇ ਵਿੱਚ ਆਹੀ ਲੁੱਟ ਵੇਚੀ ਹੋਈ ਆ। ਤੁਸੀਂ ਦੇਖਣਾ ਕਿ ਅਮੀਰ ਖਾਨ ਨੇ ਇੱਕ ਪਿੱਛੇ ਸ਼ੋਅ ਵੀ ਕੀਤਾ ਸੀਗਾ ਸਤਿਅਮ ਮੇਘ ਜੈਤੇ, ਉਹਦੇ 'ਚ ਬਹੁਤ ਖੁਲਾਸੇ ਕੀਤੇ ਗਏ ਸੀਗੇ। ਪਰ ਉਹਦੇ 'ਚ ਨਾ ਐਕਚੁਅਲੀ ਇਹ ਹੈਗਾ ਸੈਂਸਰ ਤੋਂ ਤੁਹਾਡੀ ਗੱਲ ਵਿੱਚ ਰੁਕਣਾ ਵੀ ਇਹ ਜਿਹੜਾ ਜੈਨਰਿਕ ਮੈਡੀਸਿਨ ਦਾ ਤੇ ਮੈਡੀਕਲ ਐਥਿਕਸ ਦੇ ਵਿੱਚ ਨਾ ਇਹ ਇੱਕ ਕੰਪਲਿਕੇਟਡ ਇਸ਼ੂ ਹੈ, ਇੰਨਾ ਸਟ੍ਰੇਟ ਫਾਰਵਰਡ ਇਸ਼ੂ ਨਹੀਂ ਹੈ ਵਿੱਚ ਜਿਹੜਾ ਹੈਗਾ। ਸਿਰਫ ਆਪਾਂ ਇਹ ਵਰਡ ਯੂਜ਼ ਕਰਕੇ ਕਿ ਹਰ ਇੱਕ ਬੰਦਾ ਜੈਨਰਿਕ ਖਰੀਦ ਲਵੇ ਤੇ ਜੈਨਰਿਕ ਲੈ ਲਵੇ, ਇਸ ਤਰ੍ਹਾਂ ਹੋਣਾ ਨਹੀਂ ਕੁਝ ਵੀ, ਕਿਉਂਕਿ ਬਹੁਤ ਲੰਬੀ ਚੌੜੀ ਸਟੋਰੀ ਹੈ। ਨਹੀਂ, ਆਪਾਂ ਉਹ ਗੱਲ ਕਰ ਰਹੇ ਸੀਗੇ ਜਿਹੜਾ ਪੱਤੇ ਦੀ ਗੱਲ ਕਰ ਰਹੇ ਸੀ, ਇੱਕ ਕੰਪਨੀ ਦਾ ਪੱਤਾ, ਉਹੀ ਪੱਤਾ ਕੰਪਨੀ ਦਾ ਜਿਹੜਾ ਉੱਥੇ 400 ਰੁਪਏ ਦਾ ਦੇ ਰਿਹਾ ਤੇ ਦੂਸਰੇ ਜਾ ਕੇ ਮੈਡੀਕਲ ਸਟੋਰ ਤੇ ਉਹੀ 2500 ਰੁਪਏ ਦੀ ਉਹੀ ਦਵਾਈ ਮਿਲ ਰਹੀ ਆ। ਉਹ ਸੇਮ ਜਿਹੜੀ ਹੈਗੀ ਆ, ਉਹ ਡਿਫਰੈਂਟ ਦੀ ਗੱਲ ਕਰ ਰਿਹਾ। ਉਹ ਇੱਕ ਜੈਨਰਿਕ ਚਲੋ ਇੱਕ ਅਲੱਗ ਹੋ ਗਿਆ, ਇੱਕ ਸੇਮ ਕੰਪਨੀ ਦੀ ਇੱਕ ਜਿਹੜੀ ਹੈਗੀ ਆ ਮੋਦੀਖਾਨੇ ਤੋਂ 400 ਰੁਪਏ ਦਾ ਮਿਲ ਰਿਹਾ, ਉਹ 2500 ਰੁਪਏ ਦਾ ਦੂਜੇ ਪਾਸੇ। 100% ਸਰਕਾਰ ਜ਼ਿੰਮੇਵਾਰ ਹੈ। ਜਿੰਨੀ ਦੇਰ ਤੱਕ ਇੱਕ ਸਾਟ ਦਾ ਇੱਕ ਰੇਟ ਥਰੂਆਊਟ ਇੰਡੀਆ ਨਹੀਂ ਹੁੰਦਾ, ਉਨੀ ਦੇਰ ਤੱਕ ਇਹ ਲੁੱਟ ਖਸੁੱਟ ਦੇ ਉੱਤੇ ਕੋਈ ਬੈਲੈਂਸ, ਕੋਈ ਚੈੱਕ ਨਹੀਂ ਲੱਗਦਾ। ਤੇ ਫਿਰ ਮੋਦੀਖਾਨੇ ਵੀ ਖੋਲ, ਫਿਰ ਲੋਕ ਡਿਮਾਂਡ ਕਰੇ ਤਾਂ ਖੁੱਲਣਗੇ, ਜਿਹੜਾ ਨਹੀਂ ਰੁਕੂਗੀ ਤਾਂ। ਹਾਂ, ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਆ ਉਹ ਫਿਰ ਖੁੱਲਣਗੇ ਵਿੱਚ। ਹੁਣ ਵਿੱਚ ਤੁਸੀਂ ਦੇਖੋ ਨਾ, ਮੈਂ ਕੋਵਿਡ ਦੇ ਵਿੱਚ ਵੀ ਮਰੀਜ਼, ਚਲੋ ਮੈਂ ਤਾਂ ਵੈਸੇ ਵੀ ਫ੍ਰੀ ਦੇਖਦਾ, ਤਾਂ ਮੈंने ਕੋਵਿਡ 'ਚ ਵੀ ਫ੍ਰੀ ਦੇਖ ਰਿਹਾ, ਠੀਕ ਹੈ। ਨਹੀਂ ਤਾਂ ਇੱਥੇ ਤਾਂ ਹੁਣ ਇਹ ਹੋ ਰਿਹਾ ਕਿ ਲੋਕ ਹਸਪੀਟਲ 'ਚ ਡਾਕਟਰ ਕਈ ਜਾ ਵੀ ਨਹੀਂ ਰਹੇ, ਨੇੜੇ ਵੀ ਨਹੀਂ ਲੱਗਣ ਦਿੰਦੇ ਕਈ ਵਿੱਚ ਜਿਹੜੇ ਹੈਗੇ। ਕਈ ਲੋਕ ਵਧੀਆ ਕੰਮ ਕਰ ਵੀ ਰਹੇ ਨੇ ਵਿੱਚ। ਮੈਂ ਵੀ ਉਸੇ ਤਰ੍ਹਾਂ ਜਿਹੜਾ ਹੈਗਾ, ਹੁਣ ਜੇ ਸਾਰੇ ਕਹਿਣ ਵੀ ਡਾਕਟਰ ਮਲਤਾਨੀ ਤਰ੍ਹਾਂ ਫ੍ਰੀ ਹੋ ਜਾਊਗਾ, ਇੱਦਾਂ ਤਾਂ ਹੋਣਾ ਨਹੀਂ ਨਾ, ਪੋਸੀਬਲ ਨਹੀਂ। ਸਾਰੇ ਕਹਿਣ ਜੀ ਇਹ ਮੋਦੀਖਾਨੇ ਖੁੱਲ੍ਹ ਜਾਣਗੇ, ਇੱਦਾਂ ਵੀ ਨਹੀਂ ਹੋਣਾ। ਵਿੱਚ ਬਿਜ਼ਨਸ ਦਾ ਮਾਡਲ ਬਣਿਆ ਰਹਿਣਾ। ਪਰ ਮੋਦੀਖਾਨੇ ਵਰਗੇ ਅਗਰ ਇਮਾਨਦਾਰੀ ਨਾਲ ਬਣਨ ਵਾਲਾ ਸਿਸਟਮ ਕੋਈ ਬਣ ਜਾਵੇ ਵਿੱਚ,
ਭਾਵੇਂ ਉਹਦੀ ਇਨਫੋਰਮੇਸ਼ਨ ਮੈਂ ਕਹਾਂਗਾ ਕਿ ਇਨਕੰਪਲੀਟ ਹੈ, ਲੇਕਿਨ ਬਣ ਜਾਵੇ ਕਿ ਇਹ ਜਿਹੜਾ ਗੈਪ ਹੈਗਾ ਵਿੱਚੋਂ, ਇਹ ਜਾਂ ਤਾਂ ਗਵਰਨਮੈਂਟ ਐਕਸਪਲੇਨ ਕਰ ਦੇਵੇ ਉਸ ਨੂੰ, ਤੇ ਜਾਂ ਫਿਰ ਉਸ ਨੂੰ ਆਪਾਂ ਠੱਗੀ ਕਹਾਂਗੇ, ਆਪਾਂ ਕਹਾਂਗੇ ਕਿਉਂ, ਤੁਸੀਂ ਵੀ ਕਹੋਗੇ ਮੈਂ ਵੀ ਕਹੂੰਗਾ। ਮੈਨੂੰ ਕਹਿਣ 'ਚ ਕਿ ਇਹਦੇ 'ਚ ਕੀ ਜਿਹੜਾ ਹੈਗਾ ਕੀ ਹਾਰਮ ਹੋਣ ਲੱਗਿਆ। ਹੁਣ ਤਾਂ ਮੇਰੀ ਟ੍ਰਾਂਸਫਰ ਵੀ ਕੋਈ ਨਹੀਂ ਹੋਣੀ ਕਿਤੇ। ਮੈਂ ਸਰਕਾਰ ਨੂੰ ਫਿਰ ਇਹ ਗੱਲ ਕਹਾਂਗਾ ਕਿ ਲੋਕਾਂ ਦੀ ਲੁੱਟ ਖਸੁੱਟ ਜਿਹੜੀ ਹੈਗੀ ਹੈ ਉਹਦੇ ਉੱਤੇ ਚੈੱਕ ਲਾਇਆ ਜਾਵੇ ਤੇ ਲੋਕਾਂ ਨੂੰ ਐਕਸਪਲੇਨ ਕੀਤਾ ਜਾਵੇ ਵੀ ਇਹ ਗੈਪ ਜਿਹੜੇ ਹੈਗੇ ਨੇ ਕਿਉਂ ਹੈਗੇ ਨੇ, ਐਡੇ ਵੱਡੇ ਜਿਹੜੇ ਹੈਗੇ ਨੇ ਵਿੱਚ, ਔਰ ਸਾਇੰਟੀਫਿਕਲੀ ਐਕਸਪਲੇਨ ਕੀਤਾ ਜਾਵੇ। ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਇਹ ਗੱਲ ਕਹੀ ਹੈ, ਮੈਂ ਇਹਦੇ 'ਚ ਇਹ ਗੱਲ ਜ਼ਰੂਰ ਰਿਪੀਟ ਕਰਾਂਗਾ ਕਿ ਜਿੰਦੂ ਸਾਹਿਬ ਦੀ ਗੱਲ ਦੇ ਨਾਲ ਵੀ ਸਾਰੀ ਨੂੰ ਮੇਰੀ ਸਹਿਮਤੀ ਨਹੀਂ ਹੈ, ਕਿਉਂਕਿ ਨਾਨ ਟੈਕਨੀਕਲ ਬੰਦਾ ਜਿਹੜਾ ਹੈਗਾ ਉਹ ਟੈਕਨੀਕਲੀ ਗੱਲ ਨਹੀਂ ਸਮਝਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਠੀਕ ਹੈ, ਉਹ ਗੈਪ ਜਿਹੜਾ ਹੈਗਾ ਉਹ ਸਰਕਾਰ ਐਕਸਪਲੇਨ ਕਰੇ। ਠੀਕ ਹੈ, ਹਾਂ, ਜਾਂ ਡਰੱਗ ਇੰਸਪੈਕਟਰ ਉੱਥੇ ਜਾ ਕੇ ਖੜਾ ਹੋ ਕੇ ਐਕਸਪਲੇਨ ਕਰੇ, ਬਿਲਕੁਲ, ਸਿਵਲ ਸਰਜਨ ਐਕਸਪਲੇਨ ਕਰੇ, ਡਾਇਰੈਕਟਰ ਐਕਸਪਲੇਨ ਕਰੇ, ਸੈਕਟਰੀ ਹੈਲਥ ਐਕਸਪਲੇਨ ਕਰੇ ਵੀ ਆਹ ਗੈਪ ਇਸ ਕਰਕੇ ਹੈਗਾ ਵਿੱਚ ਜਿਹੜਾ ਹੈਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਲਈ। ਸੋ ਇਹ ਸਨ ਡਾਕਟਰ ਦਲੇਰ ਸਿੰਘ ਮੁਲਤਾਨੀ, ਜੋ ਕਿ ਲੋਕ ਹਿੱਤ ਦੇ ਮੁੱਦਿਆਂ ਨੂੰ ਚੱਕਦੇ ਹੋਏ ਆਪਣੇ ਡਿਊਟੀ ਦੇ ਦੌਰਾਨ ਵੀ ਇਹਨਾਂ ਦੀ ਬਹੁਤ ਬਦਲੀਆਂ ਹੋਈਆਂ, ਕਿਉਂਕਿ ਇਹ ਹਮੇਸ਼ਾ ਗਲਤ ਚੀਜ਼ ਨੂੰ ਜਿਹੜਾ ਹੈਗਾ ਜ਼ਰੂਰ ਚੱਕਦੇ, ਲੋਕਾਂ ਦੇ ਕਚਹਿਰੀ ਦੇ ਵਿੱਚ ਲਿਆਉਂਦੇ ਕਿ ਜੋ ਗਲਤ ਹੁੰਦਾ ਹੈ, ਤੇ ਇਸ ਨੂੰ ਲੈ ਕੇ ਇਹਨਾਂ ਦੀ ਕਈ ਬਦਲੀਆਂ ਵੀ ਹੋ ਚੁੱਕੀਆਂ, ਪਰੰਤੂ ਅੱਜ ਵੀ ਇਹ ਲੋਕਾਂ ਦੇ ਮਸਲੇ ਜਿਹੜੇ ਹੈਗੇ ਚੱਕਦੇ। ਤੇ ਆਪਣਾ ਨੇ ਖੁਦ ਇੱਥੇ ਹਸਪੀਟਲ ਇੱਕ ਛੋਟਾ ਜਿਹਾ ਜਾਗਰੂਕਤਾ ਸਿਹਤ ਕੇਂਦਰ ਵੀ ਖੋਲ੍ਹਿਆ ਗਿਆ, ਜਿੱਥੇ ਸਿਰਫ 20 ਰੁਪਏ ਦੇ ਵਿੱਚ ਜਿਹੜੀ ਹੈਗੀ ਹੈ ਜਾਂਚ ਕਰਦੇ ਹੋ, ਜਿਹੜਾ ਰੱਖੇ ਹੋਏ ਆ ਮੁਲਾਜ਼ਮ ਉਹਨਾਂ ਦਾ ਖਰਚਾ ਉਹਨਾਂ ਦੇ ਵਿੱਚੋਂ ਕੱਢਦੇ। ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਕਿ ਇਹ ਕੁਝ ਵੀ ਨਹੀਂ ਕਮਾਉਂਦੇ, ਕਿਉਂਕਿ ਸਮਾਜ ਸੇਵਾ ਦੇ ਵਿੱਚ ਲੱਗੇ ਹੋਇਆ। ਤੇ ਅਜਿਹੇ ਜਿਹੜੇ ਹੈਗੇ ਸਮਾਜ ਸੇਵੀ ਡਾਕਟਰਾਂ ਦੀ ਲੋੜ ਅੱਜ। ਤੇ ਜਿਸ ਤਰ੍ਹਾਂ ਬਲਜਿੰਦਰ ਸਿੰਘ ਜਿੰਦੂ ਵੱਲੋਂ ਜੋ ਮੋਦੀ ਖਾਨੇ ਦੇ ਉੱਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ, ਲੁੱਟ ਉਜਾਗਰ ਕੀਤੀ ਆ ਮੈਡੀਕਲ ਸਟੋਰਾਂ ਦੇ ਉੱਤੇ, ਸਾਰੇ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਮੈਡੀਕਲ ਸਟੋਰਾਂ ਵਾਲੇ ਲੁੱਟਦੇ ਆ, ਕੁਝ ਹੋ ਸਕਦੇ ਆ ਜਿਹੜੇ ਆਰੋਪ ਲਾਇਆ ਕਿ ਇੰਨੀ ਮਹਿੰਗੀ ਦਵਾਈ ਦਿੱਤੀ ਆ। ਕਿਤੇ ਨਾ ਕਿਤੇ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਜਾਂਚ ਕਰਨੀ ਚਾਹੀਦੀ ਆ ਕਿ ਆਖਰ ਇੰਨੇ ਵੱਡਾ ਜੋ ਫਰਕ ਆ ਰਿਹਾ ਦਵਾਈਆਂ ਦੇ ਵਿੱਚ, ਗਰੀਬਾਂ ਦੀ ਲੁੱਟ ਹੋ ਰਹੀ ਆ, ਉਹ ਕਿਉਂ ਹੋ ਰਹੀ ਹੈ। ਸਰਕਾਰ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ।